ਮੋਦੀ ਸਾਹਿਬ ਨੂੰ ਇੱਕ ਭੁਲੇਖਾ ਹੈ। ਉਹ ਕਹਿੰਦਾ ਕਦੇ ਅੱਤਵਾਦੀ ਹੈ, ਕਦੀ ਪੱਖਵਾਦੀ ਹੈ। ਅਸੀਂ ਅੱਤਵਾਦੀ ਨਹੀਂ ਹੈਗੇ ਜੀ। ਇੱਥੇ ਆਏ ਅਸੀਂ ਜੋ ਸਾਡੇ ਕੋਲ ਸਰਿਆ ਅਸੀਂ ਛਕਾਇਆ, ਫਿਰ ਅਸੀਂ ਇੱਕ ਲੋੜ ਮਹਿਸੂਸ ਕਰੀ। ਅਸੀਂ ਸਾਰਿਆਂ ਨੇ ਬੈਠ ਕੇ ਸਾਡੀ ਟੀਮ ਨੇ ਸਲਾਹ ਕਰੀ ਵੀ ਆਪਾਂ ਦੇਖੋ ਲੰਗਰ ਤਾਂ ਇੱਥੇ ਲਾਣਾ ਹੀ ਲਾਣਾ, ਆਪ ਤਾਂ ਛਕਣਾ ਹੀ, ਆਪਾਂ ਦੂਜਿਆਂ ਨੂੰ ਵੀ ਕਿਉਂ ਨਾ ਸਵੇਰੇ ਲੰਗਰ ਛਕਾਈਏ। ਇੱਕ ਵਾਰੀ ਭੱਠੀਆਂ ਚਲਾ ਕੇ ਆਟਾ ਗੁੰਨ ਕੇ ਸੇਵਾਦਾਰ ਚਾਲੂ ਕਰ ਦਿੰਦੇ ਨੇ, ਉਸ ਤੋਂ ਬਾਅਦ ਕੰਮ ਸਾਡਾ ਫਿਰ ਰੂਟੀਨ ਦੀ ਤਰ੍ਹਾਂ ਚੱਲਦਾ। ਤੇ ਬਾਬੇ ਨਾਨਕ ਦੀ ਕਿਰਪਾ ਦਿਨੋਂ ਦਿਨ ਲੰਗਰ ਵੱਧਦਾ ਜਾ ਰਿਹਾ। ਦੇਖੋ ਪਰੌਂਠੇ ਉਹਨਾਂ ਨੇ ਤਾਂ ਕੋਈ ਵੱਡੀ ਗੱਲ ਨਹੀਂ ਹੈ ਜੀ। ਜਦੋਂ ਇਹ ਘੋੜੀਆਂ ਤੇ ਕਾਠੀਆਂ ਤੇ ਬਹਿ ਕੇ ਇਹ ਕੌਮ ਛੋਲਿਆਂ ਦੇ ਨਾਲ ਗੁਜ਼ਾਰਾ ਕਰਨ ਵਾਲੀ ਹੈ, ਉਹ ਫਿਰ ਜਦੋਂ ਤਾਂ ਬਣਾ ਸਕਦੀ ਹੈ ਜੀ। ਹੌਲੀ ਹੌਲੀ ਚਲੋ ਸਾਰੇ ਸਿੱਖ ਕੇ ਸਾਰੇ ਭਰਾ ਹੁਣ ਜੇ ਆਪਣੇ ਹੱਕ ਲਈ ਸਾਨੂੰ ਆਪਣਾ ਹੱਕ ਮੰਗਣ ਵਾਸਤੇ ਸਾਨੂੰ ਅੱਤਵਾਦੀ ਕਹਿੰਦੇ, ਸਾਨੂੰ ਕੋਈ ਉਹ ਨਹੀਂ ਹੈ, ਅਫਸੋਸ ਨਹੀਂ। ਅਸੀਂ ਆਪਣਾ ਹੱਕ ਮੰਗ ਰਹੇ ਹਾਂ, ਅਸੀਂ ਅੱਤਵਾਦੀ ਹਾਂ, ਅੱਤਵਾਦੀ ਕਹਿ ਲਓ, ਸਾਨੂੰ ਕੋਈ ਪ੍ਰੋਬਲਮ ਨਹੀਂ। ਪਰ ਕਹਿਣ ਤੋਂ ਪਹਿਲਾਂ ਸੋਚੋ ਤਾਂ ਸਹੀ, ਜਿਹੜੇ ਸਾਡੇ ਹਰ ਮਹੀਨੇ ਅਕਾਊਂਟ ਦੇ ਵਿੱਚ ਪੈਨਸ਼ਨ ਪਾਉਂਦੇ ਹੋ ਅੱਤਵਾਦੀਆਂ ਨੂੰ ਫਿਰ ਇਹ ਪੈਨਸ਼ਨ ਦੇ ਰਹੇ ਆ। ਹੁਣ ਇੱਕ ਬੀਜੇਪੀ ਦੇ ਲੀਡਰ ਦੇ ਬਾਰ ਮੂਹਰੇ ਤਕਰੀਬਨ ਗੋਹੇ ਦੀ ਟਰਾਲੀ ਤਾਰ ਕੇ ਆਏ ਜੀ ਕੋਈ। ਅੱਜ ਉਹਨਾਂ ਨੂੰ ਗੋਬਰ ਬੁਰਾ ਲੱਗਦਾ, ਗਾਂ ਦਾ ਗੋਬਰ ਉਹ ਇਹਦਾ ਸ਼ੁੱਧ ਕਹਿੰਦੇ ਸੀ। ਅਸੀਂ ਤਾਂ ਕਹਿੰਦੇ ਇੱਕ ਕੈਂਟਰ ਮੂਤ ਦਾ ਵੀ ਉਹਨਾਂ ਦੇ ਬਾਰ ਮੂਹਰੇ ਖੜਾ ਕੇ ਆਓ ਵੀ ਭਾਈ ਤੁਸੀਂ ਪ੍ਰਸ਼ਾਦ ਛਕੋ ਜੀ। ਪਿਕਨਿਕ ਸਪੋਟ ਤਾਂ ਹੁੰਦਾ ਜਿੱਥੇ ਲੀਡਰ ਜਾਂਦੇ ਨੇ। ਕੋਈ ਕਹਿੰਦਾ ਮੈਂ ਆਪਰੇਸ਼ਨ ਕਰਾਉਣ ਅਮਰੀਕਾ ਜਾਂਦਾ, ਕੋਈ ਕੈਨੇਡਾ। ਉਹ ਪਿਕਨਿਕ ਸਪੋਟ ਮਨਾਉਣ ਜਾਂਦੇ ਆ। ਦਿੱਲੀ 'ਚ ਬੈਠੇ ਪਿਕਨਿਕ ਸਪੋਟ ਅਸੀਂ ਕਾਹਦਾ ਮਨਾ ਰਹੇ ਹਾਂ? ਇਹ ਜਿਹੜੇ ਨੇ ਗੈਰ ਜ਼ਿੰਮੇਵਾਰਾਨਾ ਇਹਦੇ ਨੇਤਾ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਇੱਕ ਜੰਗ ਉਹ ਸੀ ਜਦੋਂ ਕਾਰਗਿਲ ਦੀ ਲੜਾਈ ਨੂੰ ਅਸੀਂ ਹਰ ਕੋਈ ਯਾਦ ਕਰਦਾ ਹੈ, ਤੇ ਉਹ ਹੀ ਸਾਡੀਆਂ ਅੱਖਾਂ ਦੇ ਸਾਹਮਣੇ ਇਹ 21 ਸਾਲ ਪਹਿਲਾਂ ਜਿਹੜੀ ਸੀ ਇਹ ਜੰਗ ਲੜੀ ਗਈ ਸੀ, ਜੋ ਕਿ 3 ਮਈ ਨੂੰ ਸ਼ੁਰੂ ਹੋਈ ਸੀ ਤੇ 26 ਜੁਲਾਈ ਨੂੰ ਜਾ ਕੇ ਜਿਹੜੀ ਖਤਮ ਹੁੰਦੀ ਸੀ। ਅੱਜ ਸਾਰੇ ਇੱਕ ਨਾਰਾ ਮਾਰਦੇ ਆ, ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਸੀ ਲਗਾਉਂਦੇ ਆ। ਅੱਜ ਸਾਰੇ ਕਿਸਾਨ ਸਿੰਘੂ ਦੀ ਸਰਹੱਦਾਂ ਤੇ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹੋਏ ਨੇ, ਵੱਖ-ਵੱਖ ਸਰਹੱਦਾਂ ਤੇ ਬੈਠੇ ਨੇ। ਜੇਕਰ ਹੁਣ ਦੀ ਗੱਲ ਕਰੀਏ ਤਾਂ ਇੱਥੇ ਜਿੱਥੇ ਜੈ ਕਿਸਾਨ ਨੇ ਉੱਥੇ ਜਵਾਨ ਵੀ ਇਸੇ ਹੀ ਸੰਘਰਸ਼ ਵਿੱਚ ਹਿੱਸਾ ਲੈਣ ਆਏ ਹੋਏ ਨੇ। ਗੱਲ ਕਰ ਲੈਂਦੇ ਆ, ਇਹ ਕਾਰਗਿਲ ਦੀ ਲੜਾਈ ਦੇ ਉਹ ਯੋਧੇ ਨੇ ਜਿਨ੍ਹਾਂ ਨੇ ਅੱਜ ਇੱਥੇ ਲੰਗਰ ਵੀ ਲਗਾਇਆ ਹੋਇਆ ਹੈ। ਤਸਵੀਰ ਪਹਿਲਾਂ ਤੁਹਾਨੂੰ ਦਿਖਾ ਚੁੱਕੀ ਹਾਂ ਮੈਂ ਕਿਸ ਤਰ੍ਹਾਂ ਇੱਥੇ ਪਰੌਂਠਿਆਂ ਦਾ ਲੰਗਰ ਚੱਲ ਰਿਹਾ। ਉਸ ਤੋਂ ਬਾਅਦ ਇਹ ਕਾਰਗਿਲ ਦੀ ਲੜਾਈ ਦੇ ਹੀਰੋ ਨੇ, ਇਹ ਸੁਖਚੈਨ ਸਿੰਘ ਫੌਜੀ ਸਾਡੇ ਨਾਲ ਮੌਜੂਦ ਨੇ। ਇਹਨਾਂ ਦੇ ਨਾਲ ਸਾਥੀ ਵੀ ਸਾਰੇ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਜਿਹੜੀ ਵੱਡੀ ਸੇਵਾ ਹੈ ਉਹ ਸਿੰਘੂ ਬਾਰਡਰ ਤੇ ਕੀਤੀ ਜਾ ਰਹੀ ਹੈ। ਪਹਿਲਾਂ ਤਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਤੇ ਇਹਨਾਂ ਨੂੰ ਇਹ ਵਧਾਈ ਦੇ ਪਾਤਰ ਨੇ ਕਿ ਇਹ ਉਸ ਟਾਈਮ ਦੇ ਵੀ ਹੀਰੋ ਸੀ ਤੇ ਅੱਜ ਦੇ ਵੀ ਤੁਸੀਂ ਹੀਰੋ ਹੋ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇੱਥੇ ਆਏ ਵੀ ਹੋ। ਸੋ ਸਭ ਤੋਂ ਪਹਿਲਾ ਸਵਾਲ ਹੈ ਕਿ ਕਾਰਗਿਲ ਦੀ ਲੜਾਈ ਜਦੋਂ ਹੋਈ ਸੀ ਤੁਸੀਂ ਹਿੱਸਾ ਰਹੇ ਹੋ ਐਂਡ ਅੱਜ ਦਾ ਸਮਾਂ ਹੈ, ਕੀ ਫਰਕ ਕੀ ਦੇਖਦੇ ਹੋ ਕਿ ਉਹ ਲੜਾਈ ਵੀ ਲੰਬੀ ਚੱਲੀ ਸੀ ਤੇ ਆਹ ਲੜਾਈ ਵੀ ਹੈ? ਪਹਿਲਾਂ ਸਭ ਤੋਂ ਮੇਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੱਥੇ ਜਦੋਂ ਸੰਘਰਸ਼ ਤੇ ਬੈਠੇ ਆ ਜੀ, ਸਾਡੇ ਤੇ ਅਥਰੂ ਗੈਸ ਪਾਣੀ ਦੀਆਂ ਬਸ਼ਾਰਾਂ ਕੀਤੀਆਂ ਗਈਆਂ। ਉਸ ਟਾਈਮ ਦੇ ਅਸੀਂ ਨਹੀਂ, ਪਹਿਲਾਂ ਵੀ ਨਹੀਂ ਡਰੇ, ਹੁਣ ਵੀ ਨਹੀਂ ਡਰਦੇ। ਸਾਡੇ ਤੇ ਕੁਝ ਵੀ ਨਹੀਂ ਹੈਗਾ ਜੀ। ਜਦੋਂ ਤੱਕ ਇਹ ਸੰਘਰਸ਼ ਮੋਦੀ ਸਾਹਿਬ ਨਹੀਂ ਕਾਲੇ ਕਾਨੂੰਨ ਵਾਪਸ ਲੈਂਦੇ ਉਦੋਂ ਤੱਕ ਅਸੀਂ ਇੱਥੇ ਹੀ ਡਟੇ ਰਵਾਂਗੇ। ਇੱਦਾਂ ਹੀ ਜੋ ਸਾਡੀ ਸੇਵਾ ਹੈ ਨਿਭਾਵਾਂਗੇ ਜੀ, ਜਦੋਂ ਤੱਕ ਨਹੀਂ ਉਹ ਕਾਲੇ ਕਾਨੂੰਨ। ਉਸ ਟਾਈਮ ਦੇ ਵਿੱਚ ਮੋਦੀ ਸਾਹਿਬ ਨੂੰ ਇੱਕ ਭੁਲੇਖਾ ਹੈ। ਉਹ ਕਹਿੰਦਾ ਕਦੇ ਅੱਤਵਾਦੀ ਹੈ, ਕਦੀ ਪੱਖਵਾਦੀ ਹੈ। ਅਸੀਂ ਅੱਤਵਾਦੀ ਨਹੀਂ ਹੈਗੇ ਜੀ। 99 ਦੇ ਵਿੱਚ ਲੜਾਈ ਦੇ ਅਸੀਂ ਯੋਧੇ ਹਾਂ। 19.5 ਸਾਲ ਮੈਂ ਫੌਜ ਦੀ ਸੇਵਾ ਕਰਕੇ ਆਇਆ। ਹੁਣ ਵੀ ਜਿਹੜੇ ਆਪਣੇ ਜ਼ਿਮੀਂਦਾਰ ਭਰਾ ਹੈ, ਮੈਂ ਵੀ ਖੁਦ ਜ਼ਿਮੀਂਦਾਰ ਹਾਂ, ਵੀ ਇਹ ਜਿਹੜੇ ਜੰਗ ਹੈ ਅਸੀਂ ਜਿੱਤ ਕੇ ਜਾਵਾਂਗੇ। ਜਦੋਂ ਤੱਕ ਮੋਦੀ ਸਾਹਿਬ ਨਹੀਂ ਮੰਨਦੇ ਅਸੀਂ ਨਹੀਂ ਜਾਂਦੇ। ਕਾਲੇ ਕਾਨੂੰਨ ਵਾਪਸ ਇਹਨਾਂ ਨੂੰ ਲੈਣੇ ਹੀ ਪੈਣੇ ਆ ਜੀ। ਬਾਕੀ ਸਾਡੇ ਪ੍ਰਧਾਨ ਸਾਹਿਬ ਹੈ ਜੀ ਨਾਲ। ਤੁਸੀਂ ਕਿਹੜੇ ਰੈਂਕ ਦੀ ਨੌਕਰੀ ਕੀਤੀ ਸੀ? ਹੋਇਆ ਸੀ ਜੀ, ਹੌਲਦਾਰ ਰੈਂਕ ਤੋਂ ਪੈਨਸ਼ਨ ਆਇਆ ਜੀ। ਮੈਂ 2012 ਦੇ ਵਿੱਚ ਆਇਆ ਜੀ ਪੈਨਸ਼ਨ। ਜੇ ਕਾਰਗਿਲ ਦੀ ਅਸੀਂ ਗੱਲ ਕਰਦੇ ਹਾਂ ਤੇ ਜਦੋਂ ਤੁਹਾਡੇ ਤੇ ਆਹ ਸਮਾਂ ਆਉਂਦਾ ਸੀ, ਕਾਰਗਿਲ ਦੀ ਲੜਾਈ ਦਾ ਹਿੱਸਾ ਬਣੇ ਸੀ ਤੁਸੀਂ? ਹਾਂਜੀ, ਉੱਥੇ ਸੀ ਮੈਂ ਕਾਰਗਿਲ ਉਸ ਟਾਈਮ ਦੇ ਵਿੱਚ। ਉੱਥੇ ਆਪਾਂ ਨੇ ਜੋ ਸੇਵਾ ਮਿਲੀ ਹੈ ਉੱਥੇ ਆਪਾਂ ਨੇ ਖੂਬ ਨਿਭਾਈ ਹੈ। ਆ ਵੀ ਸੇਵਾ ਹੀ ਹੈ ਜੀ। ਬਾਕੀ ਸਾਡੇ ਪ੍ਰਧਾਨ ਸਾਹਿਬ ਕਰ ਲੈਣਗੇ ਗੱਲ। ਪ੍ਰਧਾਨ ਜੀ ਨਾਲ ਗੱਲ ਜ਼ਰੂਰ ਕਰਾਂਗੇ, ਪਹਿਲਾਂ ਤੁਹਾਡੇ ਨਾਲ ਕਰਦੇ ਹਾਂ। ਪਰ ਗੱਲ ਦੱਸੋ ਜੀ, ਜਦੋਂ ਇੱਥੇ ਆਏ ਕਿੰਨੀ ਤਰੀਕ ਨੂੰ ਤੁਸੀਂ? ਅਸੀਂ ਤਾਂ ਜੀ ਮੈਂ ਇੱਕ ਹਫ਼ਤਾ ਪਹਿਲਾਂ ਲੱਗ ਗਿਆ ਜੀ, 5-6 ਦਿਨ ਹੁਣ ਹੋ ਗਏ। ਪਹਿਲਾਂ ਤਾਂ ਇਹ ਯੋਧੇ ਨੇ ਸਾਤੋਂ, ਆ ਬੜੇ ਨੇ ਜੀ, ਆ ਯੋਧੇ ਨੇ। ਜਦੋਂ 26 ਤਰੀਕ ਤੋਂ ਸੰਘਰਸ਼ ਸ਼ੁਰੂ ਹੋਇਆ ਸੀ, ਇਹਨਾਂ ਨੇ ਮੋਰਚਾ ਸਭ ਤੋਂ ਪਹਿਲਾਂ ਇੱਥੇ ਸਾਂਭਿਆ ਹੋਇਆ ਜੀ। ਆਪਾਂ ਤਾਂ ਉਹਨਾਂ ਦੀ ਬੈਕ ਸਪੋਰਟ ਕਰਨ ਆਏ ਜੀ। ਹਾਂਜੀ। ਅੱਛਾ ਜੀ, ਤੁਸੀਂ ਕਿੰਨੀ ਤਰੀਕ ਨੂੰ ਇੱਥੇ ਆਏ ਸੀਗੇ? ਅਸੀਂ ਨਾ 26 ਨੂੰ ਘਰ ਤੋਂ ਚੱਲੇ ਸੀਗੇ, 27 ਨੂੰ ਇੱਥੇ ਪਹੁੰਚ ਗਏ ਸੀਗੇ ਜੀ।
ਫਿਰ ਤਾਂ ਤੁਸੀਂ ਉਹ ਸਾਰਾ ਆਪਣਾ ਤੇ ਪਿੰਡੇ ਤੇ ਹੰਡਾਇਆ ਹੋਊਗਾ ਜਿਹੜਾ ਤਸ਼ੱਦਦ ਰਾਜ ਹਰਿਆਣਾ ਸਰਕਾਰ ਦੇ ਵੱਲੋਂ ਕੀਤਾ ਗਿਆ। ਸਾਡੀ ਟੀਮ ਸੀ, ਅਸੀਂ ਨਾਲ ਸੀ ਟਰੈਕਟਰ ਤੇ। ਗੁਰਪ੍ਰੀਤ ਸਿੰਘ ਸਰਪੰਚ ਖੜੇ ਨੇ, ਮੱਖਣ ਜੀ ਫੌਜੀ ਬਾਈ ਜੀ, ਲਾਲ ਬਾਈ ਜੀ ਤੇ ਜੈਲਦਾਰ ਜੀ। ਆ ਸਾਡੀ ਟੀਮ ਸੀ, ਅਸੀਂ ਸਾਰੇ ਟਰੈਕਟਰ ਤੇ ਸੀਗੇ। ਆਹ ਟਰੈਕਟਰ ਖੜਾ ਸਾਡਾ, ਅਸੀਂ ਸਾਰੇ ਹਾਲਤ ਆਪਣੀ ਅੱਖਾਂ ਨਾਲ ਦੇਖਿਆ 26 ਨੂੰ ਜੋ ਸਾਡੇ ਤੇ ਬੀਤੀ ਹੈ। ਝਰਮੰਡੀ ਬਾਰਡਰ ਤੋਂ ਸ਼ੁਰੂ ਹੋਇਆ ਸੀਗਾ, ਜੋ ਹਰਿਆਣਾ ਸਰਕਾਰ ਨੇ ਜ਼ੋਰ ਲਾਇਆ ਸੀ, ਬੈਰੀਕੇਡ ਲਾਏ ਸੀ। ਉਸ ਤੋਂ ਅਸੀਂ ਸਾਰੇ ਬੈਰੀਕੇਡ ਜਨਤਾ ਦੇ ਸਹਿਯੋਗ ਨਾਲ ਕਿਸਾਨਾਂ ਦੇ ਤੋੜਦੇ ਆਏ ਆ ਤੇ ਇੱਥੇ ਅਸੀਂ ਪਹੁੰਚੇ ਆ। ਇੱਥੇ ਅਸੀਂ 27 ਨੂੰ ਸਵੇਰੇ 9-10 ਵਜੇ ਪਹੁੰਚ ਗਏ ਸੀਗੇ। ਰਾਤ ਅਸੀਂ ਪਾਣੀਪਤ ਟੂਲ ਪਲਾਜ਼ੇ ਤੇ ਰੁਕੇ ਸੀ, ਜਿਹਦੇ ਜਥੇਬੰਦੀਆਂ ਦਾ ਹੁਕਮ ਸੀਗਾ। ਉਸ ਤੋਂ ਬਾਅਦ ਇੰਨੀ ਚੱਲਦੇ ਹੋਏ ਆਏ, ਅਸੀਂ ਆ ਕੇ ਨਾ ਇੱਥੇ ਸਵੇਰੇ ਪ੍ਰਸਾਦੇ ਵੀ ਖਾਣੇ ਸੀ। ਤੁਹਾਨੂੰ ਪਤਾ ਜਦੋਂ ਆਪਾਂ ਕਿਤੇ ਜਾਂਦੇ ਆ ਨਾ, ਆਪਾਂ ਨੂੰ ਆਪਣਾ ਘਰ ਬਣਾਉਣਾ ਬਹੁਤ ਮੁਸ਼ਕਲ ਹੁੰਦਾ, ਕਿਉਂਕਿ ਹਰ ਥਾਂ ਤੇ ਉੱਪਰਾ ਹੁੰਦਾ। ਪਹਿਲਾਂ ਅਸੀਂ ਰਾਸ਼ਨ ਘਰ ਤੋਂ ਲੈ ਕੇ ਆਏ ਸੀ, ਤੁਹਾਨੂੰ ਸ਼ਾਮਾਂ ਬੰਨ੍ਹਦੇ ਮੇਰੀ ਗੱਲ ਸੁਣੋ, ਉਸ ਦਿਨ ਸਾਨੂੰ 11-12 ਵੱਜ ਗਏ ਤੇ ਅਸੀਂ ਸੋਚਿਆ ਭੁੱਖ ਲੱਗੀ, ਸੇਵਾਦਾਰਾਂ ਨੂੰ ਸਮਾਨ ਬੰਨਿਆ ਤੇ ਅਸੀਂ ਪਰੌਂਠੇ ਲੱਗੇ ਰਹਿਣ। ਪਰੌਂਠੇ ਕਿਸੇ ਨੂੰ ਲਾਣੇ ਨਹੀਂ ਆਉਂਦੇ ਸੀਗੇ। ਚਲੋ ਫਿਰ ਵੀ ਆ ਖੜੇ ਨੇ ਆਪਣੇ ਸ਼ਿੰਦਰ ਬਾਈ ਨੂੰ, ਸਰਪੰਚ ਖੜੇ, ਸਾਰਿਆਂ ਨੇ ਇਕੱਠੇ ਹੋ ਕੇ ਆਟਾ ਗੁੰਨਿਆ, ਜਿਵੇਂ ਦਾ ਗੁੰਨਿਆ ਪਹਿਲੇ ਦਾ, ਟੇਢੀ ਪਿੰਗੀਆਂ ਪੱਕੀਆਂ ਖਾ ਲੀਆਂ। ਉਸ ਤੋਂ ਬਾਅਦ ਸਾਡੇ ਕੋਲ ਹੋਰ ਸੰਗਤ ਆ ਗਈ, ਕਹਿੰਦੇ ਅਸੀਂ ਪਰੌਂਠੇ ਛਕਣੇ, ਕਿਉਂ ਕਿਸੇ ਕੋਲ ਸਭ ਰਾਸ਼ਨ ਸਾਰਿਆਂ ਕੋਲ ਸੀਗਾ, ਪਰ ਬਣਾਉਣ ਦਾ ਪ੍ਰਬੰਧ ਤੁਹਾਨੂੰ ਪਤਾ ਬੜੀ ਮੁਸ਼ਕਲ ਨਾਲ ਹੁੰਦਾ। ਇੱਥੇ ਆਏ ਅਸੀਂ, ਜੋ ਸਾਡੇ ਕੋਲ ਸਰਿਆ ਅਸੀਂ ਛਕਾਇਆ। ਫਿਰ ਅਸੀਂ ਇੱਕ ਲੋੜ ਮਹਿਸੂਸ ਕਰੀ, ਅਸੀਂ ਸਾਰਿਆਂ ਨੇ ਬੈਠ ਕੇ, ਸਾਡੀ ਟੀਮ ਨੇ ਸਲਾਹ ਕਰੀ ਵੀ ਆਪਾਂ ਦੇਖੋ ਲੰਗਰ ਤਾਂ ਇੱਥੇ ਲਾਣਾ ਹੀ ਲਾਣਾ, ਆਪ ਤਾਂ ਛਕਣਾ ਹੀ, ਆਪਾਂ ਦੂਜਿਆਂ ਨੂੰ ਵੀ ਕਿਉਂ ਨਾ ਸਵੇਰੇ ਲੰਗਰ ਛਕਾਈਏ। ਫਿਰ ਸਾਡੀ ਟੀਮ ਦੇ ਅਸੀਂ ਆਪਣਾ ਟਾਈਮ ਅਪ ਕਰਿਆ ਹੋਇਆ ਹੈ। ਜਿਹੜੀ ਡਿਊਟੀ ਹੈ, ਰਾਤ ਦੀ ਡਿਊਟੀ ਅਸੀਂ 3-4 ਬੰਦੇ ਦਿੰਦੇ ਆ, ਮੈਂ ਤੇ ਸਰਪੰਚ ਸਾਹਿਬ, ਤੇ ਦਿਨ 'ਚ ਚਲੋ 2 ਵਜੇ ਤੜਕੇ ਨੂੰ ਫਿਰ ਜੈਲਦਾਰ ਜੀ, ਇਕਬਾਲ ਬਾਈ ਤੇ ਸ਼ਿੰਦਰ ਬਾਈ, ਇਹ ਫੌਜ ਸਾਹਿਬ, ਇਹ ਉੱਠ ਜਾਂਦੇ ਨੇ। ਫਿਰ ਸਵੇਰੇ ਇਹ 2 ਵਜੇ ਤੋਂ ਉੱਠ ਕੇ ਤਿਆਰੀ ਕਰਦੇ ਨੇ, ਫਿਰ ਇਹ 5 ਵਜੇ ਸਾਨੂੰ ਉਠਾਲ ਦਿੰਦੇ ਨੇ। ਇਹ ਤਿਆਰੀ ਕਰੀ ਹੁੰਦੀ ਹੈ ਇਹਨਾਂ ਦੀ, ਕਿਉਂਕਿ ਰਾਤ ਨੂੰ ਵੀ ਪਹਿਰਾ ਜ਼ਰੂਰੀ ਹੈ। ਇੱਥੇ ਕੋਈ ਆਪਣਾ ਬੰਦਾ ਆ ਜਾਂਦਾ, ਇੱਥੇ ਕੋਈ ਹੋਰ ਆ ਜਾਂਦਾ, ਉਹਨੂੰ ਸਮਾਨ ਦੇਣਾ, ਅਸੀਂ ਬੈਠਦੇ ਹਾਂ 2 ਵਜੇ ਤੱਕ। 2 ਵਜੇ ਤੋਂ ਬਾਅਦ ਇਹ ਉੱਠ ਜਾਂਦੇ ਨੇ, ਸਾਡੇ 4 ਬੰਦੇ, ਫਿਰ ਇਹ ਮੋਰਚਾ ਸਾਂਭਦੇ ਨੇ, ਫਿਰ ਤਿਆਰੀ ਕਰਦੇ ਨੇ। ਅਸੀਂ 5 ਵਜੇ ਉੱਠ ਕੇ ਅਸੀਂ ਸਾਰਾ ਰੂਟੀਨ 'ਚ ਸੇਵਾਦਾਰ, ਤੁਹਾਨੂੰ ਪਤਾ ਇੱਕ ਵਾਰੀ ਕੰਮ ਸ਼ੁਰੂ ਕਰਨਾ ਮੁਸ਼ਕਲ ਹੁੰਦਾ, ਇੱਕ ਵਾਰੀ ਭੱਠੀਆਂ ਚਲਾ ਕੇ ਆਟਾ ਗੁੰਨ ਕੇ ਸੇਵਾਦਾਰ ਚਾਲੂ ਕਰ ਦਿੰਦੇ ਨੇ। ਉਸ ਤੋਂ ਬਾਅਦ ਕੰਮ ਸਾਡਾ ਫਿਰ ਰੂਟੀਨ ਦੀ ਤਰ੍ਹਾਂ ਚੱਲਦਾ, ਤੇ ਬਾਬੇ ਨਾਨਕ ਦੀ ਕਿਰਪਾ ਹੈ, ਦਿਨੋਂ ਦਿਨ ਲੰਗਰ ਵੱਧਦਾ ਜਾ ਰਿਹਾ ਹੈ। ਅੱਛਾ, ਆ ਹੱਥ ਤੇ ਕੀ ਹੋਇਆ ਤੁਹਾਡੇ? ਇਹ ਤਾਂ ਜੀ ਇੱਥੇ ਸੱਟ ਲੱਗੀ, ਇੱਥੇ ਆਂਦੇ, ਇੱਥੇ ਫ੍ਰੈਕਚਰ ਹੋ ਗਿਆ ਸੀ ਗਿਰ ਕੇ। ਹਾਂ ਜੀ, ਕੰਮ ਕਰਦੇ ਸੀ ਉਸ ਦੌਰਾਨ, ਸੇਵਾ ਕਰ ਰਹੇ ਸੀ ਤਾਂ ਹੋਇਆ? ਇੱਥੇ ਸੇਵਾ ਕਰਦੇ ਨਾ, ਸਲਿੱਪ ਹੋ ਗਿਆ ਪੈਰ ਜੀ, ਤਾਂ ਲੱਗ ਗਿਆ। ਦਰਦ ਹੁੰਦਾ? ਦਰਦ ਬਹੁਤ ਹੈ ਜੀ। ਤਾਂ ਵੀ ਦੇਖ ਲਓ, ਆ ਮੈਂ ਕਿੰਨੀ ਤਸਵੀਰਾਂ ਹੱਥ ਦੀ ਜ਼ਰੂਰ ਇੱਕ ਨਹੀਂ ਨੇੜੇ ਦਿਖਾ ਦਿਓ। ਇਹ ਨਾ ਡਿੱਗ ਗਏ ਸੀਗੇ ਤੇ ਹੱਥ ਤੇ ਸੱਟ ਵੀ ਲੱਗੀ ਹੋਈ ਹੈ, ਤਾਂ ਵੀ ਇਹਨਾਂ ਦੇ ਨਾ ਸਾਨੂੰ ਆਵਾਜ਼ਾਂ ਮਾਰ ਕੇ ਲੰਗਰ ਵੀ ਛਕਾਇਆ, ਕਹਿੰਦੇ ਵੀ ਲੰਗਰ ਵੀ ਛਕ ਕੇ ਜਾਇਓ। ਤੇ ਫਿਰ ਜਦੋਂ ਲੰਗਰ ਛਕਣ ਅਸੀਂ ਇੱਥੇ ਬੈਠੇ ਤਾਂ ਫਿਰ ਗੱਲ ਹੁੰਦੀ ਤੇ ਇਹਨਾਂ ਦੇ ਨਾਲ ਪਤਾ ਲੱਗਾ ਕਿ ਇਹ ਕਾਰਗਿਲ ਦੇ ਉਹ ਯੋਧੇ ਨੇ ਜਿਹੜੇ ਉਸ ਵੇਲੇ ਵੀ ਲੜਾਈ ਦੇ ਵਿੱਚ ਜਿੱਤ ਕੇ ਆਏ ਸੀ ਤੇ ਅੱਜ ਵੀ ਆਪਣੇ ਹੱਕਾਂ ਦੀ ਜਿਹੜੀ ਲੜਾਈ ਹੈ ਉਹ ਉਸ ਲਈ ਲੜਦੇ ਪਏ ਨੇ। ਇਹਨਾਂ ਨੇ ਫਿਰ ਰਾਤ ਸਾਨੂੰ ਪਹਿਲਾਂ ਦਾਲ ਦੇ ਨਾਲ ਪ੍ਰਸ਼ਾਦਾ ਛਕਾਇਆ ਤੇ ਅੱਜ ਅਸੀਂ ਪਰੌਂਠੇ ਵੀ ਇੱਥੇ ਆ ਕੇ ਖਾਦੇ ਨੇ। ਅੱਛਾ, ਤੁਸੀਂ ਇਹ ਦੱਸੋ ਕਿ ਇਹਨਾਂ ਨੇ ਕਿਹਾ ਕਿ ਅਸੀਂ ਜਦੋਂ ਆਏ ਸੀ ਸਾਨੂੰ ਰੋਟੀ ਬਣਾਉਣੀ ਨਹੀਂ ਆਉਂਦੀ ਸੀ, ਵਿੰਗੀਆਂ ਟੇਢੀਆਂ ਸੀ ਲਾਈਆਂ ਰੋਟੀਆਂ, ਤੇ ਜਦੋਂ ਤੁਸੀਂ ਹੁਣ ਅਸੀਂ ਵੇਖ ਰਹੇ ਪ੍ਰਸ਼ਾਦਾ ਸਾਰੇ ਬੜਾ ਸੋਹਣਾ ਪਕਾ ਰਹੇ ਸੀਗੇ, ਫਿਰ ਹੁਣ ਘਰ ਦੀ ਯਾਦ ਆਉਂਦੀ ਆ? ਨਹੀਂ ਜੀ, ਦੇਖੋ ਮੈਂ ਵੀ ਫੌਜ ਦੇ ਵਿੱਚੋਂ ਰਿਟਾਇਰ ਹੈਗਾ, ਮੈਂ ਵੀ 17-18 ਸਾਲ ਨੌਕਰੀ ਕਰਕੇ ਆਇਆ। ਤਕਰੀਬਨ ਅਸੀਂ ਜਿਹੜਾ ਫੌਜੀ ਬੰਦਾ ਹੁੰਦਾ ਉਹ ਹਰ ਇੱਕ ਸਮੇਂ ਦੇ ਵਿੱਚ ਗੁਜ਼ਰ ਜਾਂਦਾ, ਉਹ ਨਾਲ ਦੇ ਬੰਦਿਆਂ ਨੂੰ ਹੌਸਲਾ ਦੇ ਕੇ ਗੁਜ਼ਾਰ ਲੈਂਦਾ ਜੀ। ਦੇਖੋ ਪਰੌਂਠੇ ਉਹਨਾਂ ਨੇ ਤਾਂ ਕੋਈ ਵੱਡੀ ਗੱਲ ਨਹੀਂ ਹੈ ਜੀ। ਜਦੋਂ ਇਹ ਘੋੜੀਆਂ ਤੇ ਕਾਠੀਆਂ ਤੇ ਬਹਿ ਕੇ ਇਹ ਕੌਮ ਛੋਲਿਆਂ ਦੇ ਨਾਲ ਗੁਜ਼ਾਰਾ ਕਰਨ ਵਾਲੀ ਹੈ, ਉਹ ਫਿਰ ਜਦੋਂ ਤਾਂ ਬਣਾ ਸਕਦੀ ਹੈ ਜੀ। ਹੌਲੀ ਹੌਲੀ ਚਲੋ ਸਾਰੇ ਸਿੱਖ ਗਏ, ਸਾਰੇ ਭਰਾ ਹੁਣ ਬਿਲਕੁਲ ਗੋਲ ਪਰੌਂਠੇ ਤੁਸੀਂ ਖਾਦੇ ਬੇਲਦੇ ਆ ਜੀ। ਅਸੀਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਅਸੀਂ ਪਰੌਂਠਿਆਂ ਦਾ ਲੰਗਰ ਲਾਉਂਦੇ ਹਾਂ ਜੀ ਇੱਥੇ। ਇਹ ਇਲਾਕਾ ਨਿਵਾਸੀਆਂ ਦੀ ਸਹਿਯੋਗ ਨਾਲ ਜੀ ਬਿਲਕੁਲ ਬਹੁਤ ਵਧੀਆ ਚੱਲ ਰਿਹਾ ਜੀ। ਤੁਸੀਂ ਕਿੱਥੇ ਕਰਦੇ ਹੁੰਦੇ ਸੀ ਨੌਕਰੀ? ਨੌਕਰੀ ਮੈਂ ਆਰਮੀ 'ਚ ਸੀ ਜੀ। ਨਹੀਂ, ਆਰਮੀ 'ਚ ਜਗ੍ਹਾ ਅਰੁਣਾਚਲ ਤੇ ਟੈਗਰ ਹਿੱਲ ਹੋ ਗਿਆ, ਉੱਥੇ ਵੀ ਅਸੀਂ ਰਹਿ ਕੇ ਆਏ, ਨੀਚੇ ਰਹਿ ਕੇ ਆਏ ਹਾਂ ਭਾਈ ਸਾਹਿਬ। ਪਹਿਲਾਂ ਕਿੰਨਾ ਲੰਬਾ ਸਮਾਂ ਜਿਹੜੀ ਨੌਕਰੀ ਕੀਤੀ? ਮੈਂ 17-18 ਸਾਲ ਕਰੀ ਹੈ ਜੀ। ਤੁਸੀਂ ਕਾਰਗਿਲ ਦੇ ਦਾ ਹਿੱਸਾ ਸੀਗੇ? ਨਹੀਂ, ਅਸੀਂ ਨਹੀਂ ਸੀ, ਅਸੀਂ ਉਦੋਂ ਭਰਤੀ ਹੋਏ ਸੀ। ਹਾਂਜੀ, ਮੈਂ 2000 ਦਾ ਭਰਤੀ, 99 ਦਾ। ਕੋਈ ਆਪਣੇ ਟਾਈਮ ਦੇ ਵਿੱਚ ਉਹ ਸਮਾਂ ਦੇਖਿਆ ਕਿ ਜਿਹੜਾ ਆ ਸਮਾਂ ਆਇਆ ਸਾਨੂੰ? ਨਹੀਂ, ਉਹ ਸਮਾਂ ਮਤਲਬ ਇਹ ਜਿਹੜਾ ਯੁੱਧ ਵਾਲਾ ਜੀ, ਹਾਂਜੀ, ਇਹ 2001 'ਚ ਉਪਰਾ ਕਰਮ ਹੋਇਆ ਸੀ, ਉਹਦੇ 'ਚ ਅਸੀਂ ਹਿੱਸਾ ਬਣੇ ਸੀ ਜੀ। ਤੇ ਉਸ ਤੋਂ ਬਾਅਦ ਅਸੀਂ ਰਾਸ਼ਟਰੀ ਦੇ ਵਿੱਚ ਗੁਰਬਾਦੀਆਂ ਨਾਲ ਲੜ ਰਹੇ ਹਾਂ ਜੀ। ਉਹਨਾਂ ਦੇ ਵਿੱਚ ਵੀ ਸਾਡੇ ਕਈ ਭਰਾ ਸ਼ਹੀਦ ਹੋਏ ਹੈਗੇ। ਉਹਨਾਂ ਕਈ ਮਤਲਬ ਬਹੁਤ ਵੱਡਾ ਸੰਘਰਸ਼ ਹੈ ਜੀ ਇਹ। ਤਕਰੀਬਨ ਜਿਹੜਾ ਸਾਨੂੰ ਕਹਿੰਦੇ ਆ, ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਸਾਨੂੰ ਉਗਰਵਾਦੀ ਕਿਹੜੇ ਮੂੰਹ ਨਾਲ ਕਹਿ ਦਿੰਦੇ। ਦੇਖੋ ਸਾਨੂੰ ਸਰਕਾਰ ਪੈਨਸ਼ਨ ਦੇ ਰਹੀ ਹੈ ਤੇ ਕਿਹੜੇ ਮੂੰਹ ਨਾਲ ਕਹਿ ਦਿੰਦੇ। ਐਵੇਂ ਬੇਤੁਕੀ ਜੀ ਗੱਲ ਕਰਕੇ ਬੀਜੇਪੀ ਵਾਲੇ ਚਲੇ ਜਾਂਦੇ, ਉਹ ਗੱਲ ਨਹੀਂ ਬਣਦੀ ਕੋਈ। ਜਿਨ੍ਹਾਂ ਜਿਹੜੇ ਲੀਡਰ ਹੈ, ਕੋਈ ਇੱਕ ਕਹਿ ਦੇਵੇ ਮੇਰਾ ਬੇਟਾ ਫੌਜ ਦੇ ਵਿੱਚ ਹੈਗਾ, ਤੇ ਜਿਹੜੇ ਫੌਜ ਦੇ ਵਿੱਚ ਦੇਸ਼ ਦੀ ਰਾਖੀ ਕਰ ਰਹੇ ਆ ਉਹਨਾਂ ਨੂੰ ਤੁਸੀਂ ਉਗਰਵਾਦੀ ਕਹਿ ਰਹੇ ਹੋ। ਕਿੰਨੇ ਸਾਲ ਸੇਵਾ ਕੀਤੀ ਤੁਸੀਂ? ਮੈਂ 17 ਸਾਲ ਕਰੀ। ਇਹ 17 ਸਾਲ ਤੁਸੀਂ ਵੀ ਤੁਸੀਂ 19.5 ਸਾਲ ਇਧਰ 19.5 ਸਾਲ ਇਹਨਾਂ ਨੇ ਦੇਸ਼ ਦੀ ਸੇਵਾ ਕੀਤੀ, ਇਧਰ 17 ਸਾਲ ਕੀਤੀ ਹੈ, ਤਾਂ ਵੀ ਇਹ ਅੱਤਵਾਦੀ ਖਵਾਉਂਦੇ ਨੇ।
ਹਾਂਜੀ ਦੇਖੋ, ਜੇ ਫਿਰ ਸਾਨੂੰ ਇਹ ਇੰਨਾ ਅਸੀਂ ਦੇਸ਼ ਦੀ ਸੇਵਾ ਕਰਨ ਦੇ ਬਾਅਦ ਅੱਤਵਾਦੀ ਫਿਰ ਹੈਗੇ ਆ। ਜੇ ਮੰਨ ਲਓ ਕਿਸੇ ਚੀਜ਼ ਦੀ ਸੇਵਾ ਕਰਨੀ, ਅਸੀਂ ਅੱਜ ਆਪਣੇ ਹੱਕ ਵਾਸਤੇ ਆਏ ਆ। ਹੁਣ ਅਸੀਂ ਕਿਸਾਨਾਂ ਦੇ ਬੇਟੇ ਆ, ਫੌਜ ਦੇ ਵਿੱਚ ਵੀ ਕਿਸਾਨਾਂ ਦੇ ਬੇਟੇ ਆ, ਮਜ਼ਦੂਰਾਂ ਦੇ ਬੇਟੇ ਆ। ਉਹ ਆਪਣੇ ਹੱਕ ਵਾਸਤੇ ਆਏ ਤੇ ਉਹ ਅੱਤਵਾਦੀ ਹੋ ਗਏ। ਹੁਣ ਇੱਥੇ ਕਈ ਬਜ਼ੁਰਗ ਇਦਾਂ ਦੇ ਜਿਨ੍ਹਾਂ ਦੇ 2-2 ਪੁੱਤ ਫੌਜ ਦੇ ਵਿੱਚ ਹੈ, ਉਹਨਾਂ ਦੇ ਜਿਹੜੇ ਫਾਦਰ ਸਾਹਿਬ ਇੱਥੇ ਆਏ ਆਪਣੇ ਹੱਕ ਮੰਗਣ ਆਏ, ਉਹਨਾਂ ਨੂੰ ਅੱਤਵਾਦੀ ਕਹਿੰਦੇ। ਮਤਲਬ ਇਹ ਤਾਂ ਗੱਲ ਬਣਦੀ ਨਹੀਂ ਹੈ। ਉਦੋਂ ਦਿਲ ਕੀ ਕਹਿੰਦਾ ਹੈ ਕਿ ਅਸੀਂ ਇੰਨੇ ਲੰਬੇ ਦੇਸ਼ ਦੀ ਸੇਵਾ ਕਰਕੇ ਆਏ ਆ, ਇੱਥੇ ਆ ਕੇ ਆਪਣੇ ਹੱਕ ਦੀ ਲੜਾਈ ਲੜ ਰਹੇ ਆ। ਜਦੋਂ ਅਸੀਂ ਆਪਣੇ ਲਈ ਨਾਮ ਸੁਣਦੇ ਉਦੋਂ ਦਿਲ 'ਚ ਕੀ ਆਉਂਦਾ ਆ? ਅੱਤਵਾਦੀ ਜਿਹੜਾ ਨਾਮ ਹੈ, ਅੱਤਵਾਦੀ ਇੱਕ ਅੱਤਵਾਦੀ ਇਹ ਹੁੰਦਾ ਵੀ ਦੇਸ਼ ਦੇ ਵਿਰੁੱਧ ਲੜਨਾ। ਜੇ ਆਪਣੇ ਹੱਕ ਲਈ ਸਾਨੂੰ ਆਪਣਾ ਹੱਕ ਮੰਗਣ ਵਾਸਤੇ ਸਾਨੂੰ ਅੱਤਵਾਦੀ ਕਹਿੰਦੇ, ਸਾਨੂੰ ਕੋਈ ਉਹ ਨਹੀਂ ਹੈ, ਅਫਸੋਸ ਨਹੀਂ। ਅਸੀਂ ਆਪਣਾ ਹੱਕ ਮੰਗ ਰਹੇ ਹਾਂ, ਅਸੀਂ ਅੱਤਵਾਦੀ ਹਾਂ, ਅੱਤਵਾਦੀ ਕਹਿ ਲਓ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ। ਪਰ ਕਹਿਣ ਤੋਂ ਪਹਿਲਾਂ ਸੋਚੋ ਤਾਂ ਸਹੀ, ਜਿਹੜੇ ਸਾਡੇ ਹਰ ਮਹੀਨੇ ਅਕਾਊਂਟ ਦੇ ਵਿੱਚ ਪੈਨਸ਼ਨ ਪਾਉਂਦੇ ਹੋ ਅੱਤਵਾਦੀਆਂ ਨੂੰ, ਫਿਰ ਇਹ ਪੈਨਸ਼ਨ ਦੇ ਰਹੇ ਆ? ਇਹ ਗੱਲ ਉਹਨਾਂ ਨੂੰ ਪੁੱਛਣੀ ਚਾਹੀਦੀ ਹੈ ਮੀਡੀਆ ਦੇ ਰਾਹੀਂ। ਇਹ ਪੁੱਛੋ ਤੁਸੀਂ ਵੀ ਤੁਸੀਂ ਇਹਨਾਂ ਨੂੰ ਪੈਨਸ਼ਨ ਕਿਉਂ ਦੇ ਰਹੇ ਜੇ ਅੱਤਵਾਦੀ ਹੈ? ਜਿਹੜੇ 18 ਸਾਲ ਬਾਈ ਸਾਹਿਬ ਨੇ 19 ਸਾਲ ਲਾਏ ਹੈ, ਉਦੋਂ ਇਹਨਾਂ ਨੂੰ ਕਿਉਂ ਨਹੀਂ ਕਿਹਾ ਸੀ? ਜਦੋਂ ਕਾਰਗਿਲ ਦਾ ਯੁੱਧ ਹੋ ਰਿਹਾ ਸੀ, ਉਦੋਂ ਕਹਿੰਦੇ ਵੀ ਤੁਸੀਂ ਅੱਤਵਾਦੀ ਹੈ ਭਾਈ, ਪਿੱਛੇ ਆ ਜਾਓ। 8 ਸਿੱਖ ਰੈਜੀਮੈਂਟ ਜਾਂ ਪੰਜਾਬ ਰੈਜੀਮੈਂਟ ਕੋਈ ਵੀ ਸੀ, ਉਦੋਂ ਪਿੱਛੇ ਬੁਲਾ ਲੈਂਦੇ ਵੀ ਤੁਸੀਂ ਤਾਂ ਅੱਤਵਾਦੀ ਆ, ਅਸੀਂ ਲੜੂਗੇ। ਹੁਣ ਇੱਕ ਬੀਜੇਪੀ ਦੇ ਲੀਡਰ ਦੇ ਬਾਰ ਮੂਹਰੇ ਤਕਰੀਬਨ ਗੋਹੇ ਦੀ ਟਰਾਲੀ ਤਾਰ ਕੇ ਆਏ ਜੀ ਕੋਈ। ਅੱਜ ਉਹਨਾਂ ਨੂੰ ਗੋਬਰ ਬੁਰਾ ਲੱਗਦਾ, ਗਾਂ ਦਾ ਗੋਬਰ ਉਹ ਇਹਦਾ ਸ਼ੁੱਧ ਕਹਿੰਦੇ ਸੀ। ਅਸੀਂ ਤਾਂ ਕਹਿੰਦੇ ਇੱਕ ਕੈਂਟਰ ਮੂਤ ਦਾ ਵੀ ਉਹਨਾਂ ਦੇ ਬਾਰ ਮੂਹਰੇ ਖੜਾ ਕੇ ਆਓ ਵੀ ਭਾਈ ਤੁਸੀਂ ਪ੍ਰਸ਼ਾਦ ਛਕੋ ਜੀ, ਠੀਕ ਹੈ ਨਾ ਜੀ? ਕਿਉਂਕਿ ਉਹਨਾਂ ਨੇ ਕਿਹਾ ਸੀ, ਕਹਿੰਦੇ ਅਸੀਂ ਸਾਰੇ ਤੇ ਪਿਕਨਿਕ ਮਨਾਉਣ ਆਏ ਆ। ਨਹੀਂ, ਉਹ ਆ ਕੇ ਦੇਖ ਲੈਣ। ਤੁਸੀਂ ਤਾਂ ਦੇਖ ਰਹੇ ਹੋ, ਉਹਨਾਂ ਨੂੰ ਲੀਡਰ ਨੂੰ ਕਹੋ ਤੁਸੀਂ ਆ ਕੇ ਦੇਖ ਲਓ। ਪਿਕਨਿਕ ਮਨਾ ਕੇ ਤਾਂ ਜਾਓ, ਇੱਥੇ ਆ ਕੇ ਸਾਨੂੰ ਸਮਝਾ ਕੇ ਤਾਂ ਜਾਓ ਵੀ ਪਿਕਨਿਕ। ਦੇਖੋ, ਪਿਕਨਿਕ ਤਾਂ ਲੀਡਰ ਮਨਾਉਣੇ ਹੁੰਦੇ ਆ। ਪਿਕਨਿਕ ਤੁਸੀਂ ਇੱਕ ਦੱਸੋ, ਇਹ ਪਿਕਨਿਕ ਸਪੋਟ ਹੈ? ਤੁਸੀਂ ਅੱਜ ਦੇਖੋ, ਅੱਜ ਬਾਰਿਸ਼ ਹੋਈ ਹੈ ਇੱਥੇ, ਸਾਡੀ ਹਾਲਤ ਦੇਖੋ, ਸਾਡੇ ਕੱਪੜੇ ਦੇਖੋ, ਸਾਰਿਆਂ ਦੇ ਕੱਪੜੇ ਭਿੱਜੇ ਹੋਣ। ਕੋਈ ਕਿਸਾਨ ਇੱਥੇ ਹੋਵੇ ਜਿਹੜੇ ਨਾ ਕੱਪੜੇ ਭਿੱਜੇ ਹੋਣ। ਕੱਪੜੇ ਕਿੱਥੇ ਸੁਕਾਉਂਗੇ? ਪੈਰਾਂ ਸਾਡੇ ਚੱਪਲਾਂ ਨੇ, ਕਿਉਂਕਿ ਜੁੱਤੇ ਭਿੱਜ ਚੁੱਕੇ ਨੇ, ਅਸੀਂ ਚੱਪਲਾਂ ਪਾਈ ਹੋਈ ਸਾਰਿਆਂ ਨੇ। ਸਾਡੀ ਸਾਰੀ ਸੰਗਤ ਦੇਖੋ ਭਿੱਜੀ ਹੋਈ ਖੜੀ ਹੈ ਠੰਡ 'ਚ। ਹੁਣ ਅਸੀਂ ਕੱਪੜੇ ਸੁਕਾਵਾਂਗੇ, ਮਸ਼ੀਨਾਂ ਲਿਆਏ ਹੋਏ ਆ। ਪਿਕਨਿਕ ਸਪੋਟ ਤਾਂ ਹੁੰਦਾ ਜਿੱਥੇ ਲੀਡਰ ਜਾਂਦੇ ਨੇ। ਕੋਈ ਕਹਿੰਦਾ ਮੈਂ ਆਪਰੇਸ਼ਨ ਕਰਾਉਣ ਅਮਰੀਕਾ ਜਾਂਦਾ, ਕੋਈ ਕੈਨੇਡਾ। ਉਹ ਪਿਕਨਿਕ ਸਪੋਟ ਮਨਾਉਣ ਜਾਂਦੇ ਆ। ਦਿੱਲੀ 'ਚ ਬੈਠੇ ਪਿਕਨਿਕ ਸਪੋਟ ਅਸੀਂ ਕਾਹਦਾ ਮਨਾ ਰਹੇ ਹਾਂ? ਇਹ ਜਿਹੜੇ ਨਾ ਗੈਰ ਜ਼ਿਮਰਾਨਾ ਇਹਦੇ ਨੇਤਾ ਨੇ, ਉਹ ਗਰੇਵਾਲ ਜੀ ਮੰਨੇ ਨੇ ਪੰਜਾਬ 'ਚ। ਕਹਿੰਦਾ ਮੈਨੂੰ ਜੋ ਨਾ ਸਪੋਕਸਮੈਨ ਹੈ ਪਾਰਟੀ ਦਾ, ਕਹਿੰਦਾ ਜੋ ਸਾਨੂੰ ਲਿਖ ਕੇ ਦਿੰਦੇ ਸੀ ਉਹ ਬੋਲ ਦਿੰਦੇ ਆ। ਇਹਦਾ ਮਤਲਬ ਉਹਨਾਂ ਦੀ ਆਪਣੀ ਕੋਈ ਵਿਚਾਰ ਨਹੀਂ ਹੈਗੇ, ਉਹ ਉਹਨਾਂ ਥੋਪੇ ਜਾਂਦੇ ਆ। ਉਹੀ ਸਾਡੇ ਥੋਪਰੇ ਨੇ। ਦੇਖੋ, ਇਸ ਥੋਪਣ ਦੀ ਕੋਈ ਗੱਲ ਨਹੀਂ। ਦੇਖੋ, ਮੈਂ ਦੱਸਦਾ ਤੁਹਾਨੂੰ, ਹੁਣ ਮੈਂ ਇੱਥੇ ਬੈਠਿਆ, ਮੇਰੇ ਫਾਦਰ ਸਾਹਿਬ ਆਰਮੀ 'ਚੋਂ ਰਿਟਾਇਰ ਹੈ। ਪਾਕਿਸਤਾਨ ਨਾਲ 2 ਜੰਗਾਂ ਲੜੀਆਂ। ਹੁਣ ਕਿੰਨਾ ਦੁੱਖ ਹੋਣਾ ਜਦੋਂ ਉਹਨਾਂ ਦੇ ਪੁੱਤ ਨੂੰ ਕੋਈ ਅੱਤਵਾਦੀ ਕਹਿੰਦਾ? ਹੁੰਦਾ ਨਾ ਦੁੱਖ। ਇਹ ਖਾਲਸਾ ਏਡ ਜੀ ਨੂੰ ਕਹਿੰਦੇ ਨੇ, ਰਵੀ ਸਿੰਘ ਜੀ ਨੂੰ। ਉਹ ਸਾਡੇ ਆਦਰਸ਼ ਮਾਡਲ ਨੇ। ਚਾਹੇ ਸਾਰੀ ਦੁਨੀਆ ਇੱਕ ਤਰਫ, ਖਾਲਸਾ ਜੀ ਇੱਕ ਤਰਫ, ਤਾਂ ਵੀ ਉਹਨਾਂ ਦਾ ਵਜਨ ਵੱਧ ਰਹੂਗਾ। ਕਿਉਂ ਰਹੂਗਾ? ਉਹਨਾਂ ਨੇ ਅੱਜ ਬਿਨਾਂ ਭੇਦਭਾਵ ਤੋਂ, ਧਰਮ ਤੋਂ, ਜਾਤ ਤੋਂ ਉੱਪਰ ਉੱਠ ਕੇ ਸੇਵਾ ਕਰੀ ਹੈ। ਸ਼ੀਰਿਆ 'ਚ ਬੰਬ ਗਿਰਦੇ ਕੋਈ ਜਾਂਦਾ ਦੇਖਿਆ ਸੇਵਾ ਕਰਦਾ? ਆਪਣੇ ਘਰ ਬਹਿ ਜਾਂਦੇ ਸਾਰੇ। ਖਾਲਸਾ ਏਡ ਵਾਲੇ ਸਭ ਤੋਂ ਪਹਿਲਾਂ ਪਹੁੰਚ ਜਾਂਦੇ ਨੇ। ਕਿਤੇ ਭੁਚਾਲ ਆਵੇ, ਕਿਤੇ ਕੇਰਲਾ 'ਚ ਆਇਆ, ਕਿਤੇ ਆ ਸਰਕਾਰਾਂ ਕਿੱਥੇ ਵਗ ਗਈਆਂ, ਸਭ ਤੋਂ ਪਹਿਲਾਂ ਖਾਲਸਾ ਏਡ ਜਾਂਦੀ ਹੈ। ਉਹਨਾਂ ਨੇ ਹੁਣ ਵੀ ਕਹਿਤਾ, ਦੇਖੋ ਉਹਨਾਂ ਦਾ ਪਾਰਦਰਸ਼ੀ ਕੰਮ ਹੈ। ਉਹ ਸਿਰਫ ਆਪਣੇ ਕਿੰਨਾ ਫੰਡ ਆ ਰਿਹਾ, ਕਿੰਨਾ ਕਿਸੇ ਨੂੰ ਜਾ ਰਿਹਾ। ਇਹਨਾਂ ਨੇ ਵਿਚਾਰ ਪਤਾ ਕੀ ਹੈ? ਇਹ ਇੱਕ ਆਪਣਾ ਨਾ ਉਹਨਾਂ ਨੂੰ ਡਿਵਾਈਡ ਕਰਨ ਵਾਸਤੇ ਕੁਝ ਚੰਦ ਨੇਤਾ ਇਹਨਾਂ ਦੇ ਅੱਗੇ। ਦੇਖੋ, ਮੋਦੀ ਜੀ ਕਹਿੰਦੇ ਅਸੀਂ ਮੰਨਦੇ ਹਾਂ, ਅਸੀਂ ਵਿਰੋਧ ਕਰਦੇ ਹਾਂ, ਪਰ ਇੱਕ ਗੱਲ ਮੰਨਦੇ ਆ, ਉਹ ਜ਼ਿੰਮੇਵਾਰਾਂ ਨੇ ਪੱਖ ਤੇ ਬੈਠੇ ਨੇ, ਜ਼ਿੰਮੇਦਾਰ ਪਦ ਤੇ ਬੈਠੇ ਨੇ। ਉਹ ਕਦੇ ਵੀ ਅੰਦੋਲਨ ਬਾਰੇ ਗਲਤ ਬਿਆਨ ਦਿੰਦਾ। ਹੁਣ ਰਾਜਨਾਥ ਨੇ ਬਿਆਨ ਦਿੱਤਾ, ਕਹਿੰਦਾ ਸਿੱਖਾਂ ਨੂੰ ਨਕਸਲਵਾਦੀ ਦਾ ਅੱਤਵਾਦੀ ਨਾ ਕਹੋ, ਖਾਲਸਾਨੀ ਨਾ ਕਹੋ, ਵੀ ਇਹ ਖਰਾਬ ਹੈ। ਕਿਉਂਕਿ ਉਹ ਇੱਕ ਜ਼ਿੰਮੇਦਾਰ ਪਦ ਤੇ ਬੈਠੇ ਨੇ, ਜਿਹੜੇ ਉਹਨਾਂ ਦੀ ਗ੍ਰਾਮਾ ਉਹ ਤਾਂ ਖਿਆਲ ਰੱਖਣੇ ਨੇ। ਉਹਨਾਂ ਨੂੰ ਪਤਾ ਵੀ ਅਸੀਂ ਕੀ ਬੋਲਣਾ। ਇਹ ਚੰਦ ਨੇਤਾ ਨੇ ਜਿਹੜੇ ਛੋਟੇ ਲੈਵਲ ਦੇ ਨਾ, ਇਹਨਾਂ ਨੂੰ ਪਤਾ ਕੀ ਹੈ ਵੀ ਸਾਨੂੰ ਪਬਲਿਸਿਟੀ ਵਾਸਤੇ ਉਹ ਬਿਆਨ ਦਿੰਦੇ ਨੇ। ਅਸੀਂ ਇਹਨਾਂ ਦੀ ਪਬਲਿਸਿਟੀ ਵਾਸਤੇ ਪਬਲਿਸਿਟੀ ਨਹੀਂ ਕਰਨਾ ਚਾਹੁੰਦੇ। ਹੁਣ ਪੰਜਾਬ 'ਚ ਵਿਰੋਧ ਹੋ ਰਿਹਾ, ਇਹ ਕਹਿੰਦੇ ਨਾ ਵਿਰੋਧ ਨਾ ਕਰੋ। ਇੱਕ ਗੱਲ ਦੱਸੋ, ਅਸੀਂ ਵਿਰੋਧ ਕਿਵੇਂ ਕਰੀਏ? ਸਾਡਾ ਹੱਕ ਵੀ ਵਿਰੋਧ ਕਰਨ ਦਾ ਹੱਕ ਵੀ ਨਹੀਂ। ਅਸੀਂ ਲੜ ਤਾਂ ਨਹੀਂ ਰਹੇ, ਕਿਸੇ ਨਾਲ ਝਗੜ ਤਾਂ ਨਹੀਂ ਰਹੇ, ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ। ਤੇ ਇੱਥੇ ਬੈਠੇ, ਇੱਥੇ ਨਾ ਬੈਠਣ ਦਿਓ। ਦੇਖੋ, ਜੇ ਹਰਿਆਣਾ ਰੋਕਦਾ, ਉੱਥੇ ਨਹੀਂ ਰੁਕੇ ਅਸੀਂ। ਇਹ ਨਾ ਰੋਕਦੇ, ਅਸੀਂ ਅੱਗੇ ਚਲੇ ਜਾਂਦੇ। ਸਾਨੂੰ ਕਿਹੜਾ ਸ਼ੌਂਕ ਹੈ ਤੇ ਬੈਠਣ ਦਾ? ਬਿਨਾਂ ਪਾਣੀ ਤੋਂ ਬਿਨਾਂ ਬੈਠੇ ਆ ਆਪਣਾ। ਸਾਡੇ ਕੱਲ ਵੀ ਆਏ ਆ ਸੱਜਣ, ਪਿੰਡੋਂ ਸਮਾਨ ਲੈ ਕੇ ਆਉਂਦੇ ਆ, ਤੇ ਸਾਡੇ ਜੀਜਪੁਰ ਟੂਲ ਪਲਾਜ਼ਾ ਰੁਕਿਆ ਹੋਇਆ ਸੀ। ਉੱਥੇ ਸਾਡੇ ਐਕਸ ਆਰਮੀ ਮੈਨ ਬੈਠੇ ਨੇ, ਉਹਨਾਂ ਦੀ ਯੂਨੀਅਨ ਬੈਠੀ ਹੈ ਬਾਈਆਂ ਦੀ, ਤੇ ਨਾਲ ਸਾਡੇ ਕਿਰਪਾਲ ਸਿੰਘ ਜੀ, ਸਾਡੇ ਸੀਨੀਅਰ ਮੀਤ ਪ੍ਰਧਾਨ ਨੇ ਮੋਹਾਲੀ ਤੋਂ, ਉਹਨਾਂ ਦੀ ਲੱਗੀ ਹੋਈ ਹੈ ਉੱਥੇ। ਉਹ ਸਾਰਾ ਟੋਲ ਟੈਕਸ ਦਾ ਸਾਰਾ ਕਾਰਜਭਾਰ ਦੇਖ ਰਹੇ, ਤੇ ਸਾਰੇ ਜਿੱਥੇ ਵੀ ਵਿਰੋਧ ਕਰਨਾ, ਪ੍ਰਦਰਸ਼ਨ ਕਰਨਾ, ਉਹਨਾਂ ਦੇ ਅੰਡਰ ਹੋ ਰਿਹਾ। ਇਹ ਤਾਂ ਹੀ ਹੋ ਰਿਹਾ ਨਾ, ਜੇ ਅਸੀਂ ਯੋਜਨਾਬੱਧ ਤਰੀਕੇ ਨਾਲ ਚੱਲ ਰਹੇ ਹਾਂ। ਅਸੀਂ ਬੁਲਾਉਣ ਦਾ ਕਹਿੰਦੇ ਨਾ, ਅੱਜ ਕਹਿੰਦੇ ਇਕੱਠ ਘੱਟ ਹੈ, ਅਸੀਂ ਜਿੰਨਾ ਮਰਜ਼ੀ ਕਰ ਲਈਏ ਇੱਥੇ। ਮੈਨੂੰ ਲੱਗਦਾ
ਲੱਗਦਾ ਕਿਤੇ ਨਾ ਕਿਤੇ ਆਪਣੀ ਪੰਜਾਬ ਦੇ ਜਾਂ ਆਪਣੇ ਦੇਸ਼ ਵਾਸੀਆਂ ਦੀ ਵੀ ਗਲਤੀ ਹੈ। ਸੋ ਜੇ ਅਸੀਂ ਗੱਲ ਕਰ ਲੈਂਦੇ ਆ ਕਿ ਅੱਜ ਅਸੀਂ ਵੋਟਾਂ ਵੀ ਆਪ ਹੀ ਪਾ ਕੇ ਅਸੀਂ ਉਸ ਲੀਡਰ ਨੂੰ ਕਿਉਂ ਨਹੀਂ ਤਰਜੀਹ ਦਿੰਦੇ, ਜਾਂ ਸਾਡੇ ਵਰਗੇ ਇਹਨਾਂ ਚੋਂ ਨੌਜਵਾਨ ਕਿਉਂ ਨਹੀਂ ਉੱਠਦੇ ਕਿ ਅਸੀਂ ਖੁਦ ਲੜੀਏ ਚੋਣਾਂ 'ਚ, ਤੇ ਇਹ ਆਪ ਅਸੀਂ ਪਹਿਲਾਂ ਵੋਟਾਂ ਪਾਉਣੇ ਤੇ ਅੱਜ ਅਸੀਂ ਆਪ ਹੀ ਹੱਕਾਂ ਦੀ ਲੜਾਈ ਲੜਦੇ। ਪਤਾ ਕੀ ਗੱਲ ਹੈ ਜੀ, ਮੈਂ ਦੱਸਦਾ, ਜਿਹੜਾ ਲੀਡਰ ਚੁਣਿਆ ਗਿਆ, ਇਹ ਪਤਾ ਕੀ ਹੁੰਦਾ, ਜਦੋਂ ਪੰਜਾਬ 'ਚ ਇਲੈਕਸ਼ਨ ਹੁੰਦਾ ਕੋਈ ਵੀ ਇਨਸਾਨ ਨਾ ਪਾਰਟੀ ਦੇਖ ਕੇ ਵੋਟ ਨਹੀਂ ਪਾਉਂਦਾ। ਕੁਝ ਪਰਸੈਂਟ ਵੋਟ ਹੁੰਦੀ ਹੈ ਪਾਰਟੀ ਨਾਲ ਜੁੜੀ ਹੋਈ, ਪੈਟ ਹੁੰਦੀ 10%, ਜਿਹੜੀ 10-20% ਪੈਂਦੀ ਹੈ ਇਨਸਾਨ ਨੂੰ ਦੇਖ ਕੇ ਪੈਂਦੀ ਹੈ। ਉਹ ਐਵੇਂ ਪੈ ਜਾਂਦੇ। ਹੁਣ ਦੇਖੋ, ਮੰਨ ਲਓ ਮੈਂ ਪਾਰਟੀ ਤੋਂ ਖੜਿਆ ਕਿਸੇ ਤੋਂ, ਪਾਰਟੀ ਮਾੜੀ ਹੈ ਜੇ ਬੀਜੇਪੀ ਹੈ, ਜਿਹੜੇ ਮੇਰੇ ਚਾਹਣ ਵਾਲੇ ਨੇ, ਮੈਂ ਉਹਨਾਂ ਵਾਸਤੇ ਕੰਮ ਕਰਿਆ, ਉਹ ਮੈਨੂੰ ਵੋਟ ਪਾਉਣਗੇ। ਉਹ ਪਾਰਟੀ ਨੂੰ ਚਾਹ ਕੇ ਵੋਟ ਨਹੀਂ ਪਾਉਂਦੇ। ਤੇ ਹੁਣ ਜਨਤਾ ਜਾਗਰੂਕ ਹੋ ਚੁੱਕੀ ਹੈ, ਕਿਉਂਕਿ ਇਹਨਾਂ ਨੇ ਪਹਿਲਾਂ ਬਹੁਤ ਲੁੱਟਿਆ। ਬੀਜੇਪੀ ਆ ਗਈ, ਅਕਾਲੀ ਆ ਗਏ, ਕਾਂਗਰਸੀ ਆ ਗਏ, ਹੁਣ ਇੱਕ ਆਪ ਵਾਲੇ ਫਿਰਦੇ ਆ। ਤੁਸੀਂ ਕਹਿੰਦੇ ਹੋ, ਟੀਵੀ ਵਾਲੇ ਦਿਖਾਉਂਦੇ ਨੇ, ਕਹਿੰਦੇ ਸਾਨੂੰ ਇੱਥੇ ਦਿੱਲੀ ਵਾਲੇ ਮਿਲੇ, ਕਿੱਥੇ ਲਾਗੂ ਹੋਈ ਹੈ? ਇਹਨਾਂ ਦੇ ਪ੍ਰੋਪੋਗੰਡੇ ਨੇ ਸਾਰੇ ਮਿਲੇ ਹੋਏ ਨੇ। ਇੱਥੇ ਦਿਖਾਓ ਸਫਾਈ ਦਾ ਕਿਹੜਾ ਪ੍ਰਬੰਧ ਹੈ? ਜੇ ਕੇਜਰੀਵਾਲ ਕਹਿੰਦਾ ਮੈਂ ਕਿਸਾਨਾਂ ਦਾ ਸਾਥ ਦੇ ਰਿਹਾ, ਸਫਾਈ ਵਾਲੇ ਨੂੰ ਭੇਜ ਸਕਦਾ? ਇੱਥੇ ਸਿਰਫ ਆਉਂਦੇ ਆ ਜਿਹੜੇ ਸੋਨੀਪਤ ਤੋਂ ਆ ਰਹੇ ਨੇ, ਨਗਰ ਨਿਗਮ ਵਾਲੇ, ਉਹ ਵੀ ਕਿੰਨੀ ਕਰਨਗੇ? ਰਾਤ ਨੂੰ ਆਉਂਦੇ, ਕਿੰਨੀ ਸਫਾਈ ਹੋ ਰਹੀ ਤੁਸੀਂ ਦੇਖ ਲਓ। ਜੇ ਸਫਾਈ ਕਰਨ ਵਾਲੇ ਤੇ ਪੁਖਤਾ ਪ੍ਰਬੰਧ ਹੋਣ। ਦੇਖੋ, ਸਾਨੂੰ ਪਰੇਸ਼ਾਨੀਆਂ ਲੇਡੀਜ਼ ਆਉਂਦੀਆਂ, ਸਾਡੇ ਲੇਡੀਜ਼ ਕਿਉਂ ਅਸੀਂ ਘੱਟ ਆ ਰਹੇ ਨੇ? ਕਰ ਲੈਂਦੇ, ਕੋਈ ਗੱਲ ਨਹੀਂ, ਅਸੀਂ ਆਪ ਕਰਾਂਗੇ। ਸਾਨੂੰ ਟਾਇਲਟ ਦੀ ਸਭ ਤੋਂ ਵੱਧ ਪ੍ਰੋਬਲਮ ਹੈ। ਸਾਡੀ ਜਿਹੜੀ ਧੀਆਂ ਭੈਣਾਂ ਇੱਥੇ ਆਉਣਗੀਆਂ, ਅਸੀਂ ਇਹਨਾਂ ਦਾ ਪ੍ਰਬੰਧ ਕਿਵੇਂ ਕਰੀਏ? ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ, ਜਾਂ ਫਿਰ ਸਰਕਾਰ ਸਾਨੂੰ ਆਗਿਆ ਦੇਵੇ, ਅਸੀਂ ਆਪ ਬਣਾ ਲੈਂਦੇ ਹਾਂ। ਤਜਰਬੇ 'ਚ ਵੱਡੇ ਹੋ ਤੁਸੀਂ, ਕੀ ਲੱਗਦਾ ਕਿ ਕਿੰਨੀ ਕੁ ਦੇ ਸਾਡਾ ਸੰਘਰਸ਼ ਹੋਰ ਚੱਲੇਗਾ? ਦੇਖੋ ਜੀ, ਇਹ ਸੰਘਰਸ਼ ਦਾ ਦੇਖੋ ਹੁਣ ਤਾਂ ਐਵੇਂ ਲੱਗ ਰਿਹਾ ਜਿਵੇਂ ਨਾ ਸੈਮੀਫਾਈਨਲ ਤੱਕ ਤਾਂ ਆਪਾਂ ਚਲੇ ਗਏ, ਫਾਈਨਲ ਹੈ ਹੁਣ। ਫਾਈਨਲ ਦਾ ਦੇਖੋ ਖੇਡਣ ਟਾਈਮ ਲੱਗਦਾ ਹੀ ਹੈ। ਇਹ 50 ਓਵਰਾਂ ਤੋਂ ਵੱਧ 20 ਦਾ ਹੈ ਨਹੀਂ। 50 ਓਵਰਾਂ ਤੋਂ ਵੱਧ ਟੈਸਟ ਮੈਚ ਹੋ ਗਿਆ ਹੁਣ ਇੱਕ ਕਿਸਮ ਦਾ, ਵੀ ਇਹ ਲੰਬਾ ਚੱਲ ਸਕਦਾ। ਦੇਖੋ ਕਿੰਨੇ ਦਿਨਾਂ ਬਾਅਦ ਪਾਰੀ ਡਿਕਲੇਅਰ ਕਰਦੇ ਆ ਮੋਦੀ ਜੀ। ਅਸੀਂ ਤਾਂ ਬੈਟਿੰਗ ਕਰ ਰਹੇ ਹਾਂ, ਹੁਣ ਅਸੀਂ ਵੀ ਕਰਨੀ ਹੈ ਬੈਟਿੰਗ ਕਰਾਂਗੇ ਜਿੰਨੀ ਦੇਰ। ਤੇ ਦੇਖੋ ਜਿਹੜੇ ਕਹਿ ਰਹੇ 2 ਕਾਨੂੰਨ ਕਹਿ ਰਹੇ ਆ, ਕਈ ਕਹਿੰਦੇ ਨੇ 50% ਜੰਗ ਜਿੱਤ ਗਏ। 50% ਜੰਗ ਦਾ ਮਤਲਬ ਕੀ ਹੈ? ਉਹ ਤਾਂ ਆਰਡੀਨੈਂਸ ਨਹੀਂ, ਹਲੇ ਕਾਨੂੰਨ ਬਣੇ ਨਹੀਂ, ਇੱਕ ਲਿਆਏ ਨਹੀਂ ਹੈ, ਉਹ ਵੀ ਖਤਰਨਾਕ ਨੇ। ਚਲੋ ਇਹ ਕਹਿੰਦੇ ਲਿਆਂਦੇ ਨਹੀਂ, ਜਦੋਂ ਇਹ ਕਹਿੰਦੇ ਵੀ ਸਾਰਾ ਕੁਝ ਤੁਸੀਂ ਰੱਦ ਕਰਾ ਲਓ, 2 ਮਰਜ਼ੀ ਲਿਖਾ ਲਓ, ਐਡਮੈਂਟ ਕਰਾ ਲਓ, ਵੀ ਅਸੀਂ ਲਿਖ ਦਿੰਦੇ ਆ। ਜਦੋਂ ਜਿਹੜੀ ਚੀਜ਼ ਦਾ ਨਾਂ ਹੀ ਰਹਿ ਗਿਆ, ਉਹਦੇ ਵਿੱਚ ਕੁਝ ਵੀ ਲਿਖ ਲਓ, ਦੁਬਾਰੇ ਫੇਰ ਕਾਨੂੰਨ ਬਣ ਜਾਣਾ। ਮਸਲਾ ਸਾਡਾ ਹੱਲ ਹੈ। ਅਸੀਂ ਕੁਝ ਖਾਲੀ ਲੈ ਕੇ, ਅੱਜ ਤਲਵਾਰ ਲਟਕਦੀ ਰਹਿ ਗਈ, ਸਾਡੇ ਬੱਚਿਆਂ ਦੇ ਫਿਊਚਰ ਦੇ ਕਾਨੂੰਨ ਲਟਕੂਗੀ। ਅੱਜ ਅਸੀਂ ਇੱਥੇ ਬੈਠੇ ਪਰੇਸ਼ਾਨ ਹੋ ਰਹੇ ਹਾਂ। ਅਸੀਂ ਆਪਣੇ ਕੱਲ ਨੂੰ ਬੱਚਿਆਂ ਥੋੜੀ ਪਰੇਸ਼ਾਨ ਕਰਨਾ। ਅਸੀਂ ਜੰਗ ਲੜਨੀ ਹੈ, ਪੂਰੀ ਲੜ ਕੇ ਪੂਰੀ ਜਿੱਤ ਕੇ ਜਾਵਾਂਗੇ। ਨਹੀਂ ਸਰਕਾਰ ਕਰਦੀ, ਇਹ ਸਰਕਾਰ ਤੇ ਫਰਜ਼ ਕਰਦਾ, ਡਿਪੈਂਡ ਕਰਦਾ ਵੀ ਸਰਕਾਰ ਕੀ ਕਰੂਗੀ। ਸਰਕਾਰ ਚਾਹੇ ਸਾਨੂੰ 6 ਮਹੀਨੇ ਬਿਠਾ ਲੇ, ਚਾਹੇ ਸਾਨੂੰ 2 ਮਹੀਨੇ ਬਿਠਾ ਲੇ, ਕਿਉਂਕਿ ਸਰਕਾਰ ਨੇ ਕਿਹਾ ਸੀ ਤੁਸੀਂ ਆਓ। ਅਸੀਂ ਆਪ ਤਾਂ ਨਹੀਂ ਆਏ। ਸਰਕਾਰ ਨੇ ਪਹਿਲਾਂ ਕਿਹਾ ਤੁਸੀਂ ਦਿੱਲੀ ਆਓ, ਬੁਲਾਵਾ ਆਵਾ ਦਿੱਤਾ, ਫਿਰ ਤਾਂ ਅਸੀਂ ਦਾ ਹੁੱਕਾ ਦਿੱਤਾ, ਅਸੀਂ ਪਾਲਣਾ ਕੀਤੀ। ਫਿਰ ਹੁਣ ਸਾਨੂੰ ਚੱਲਦੇ ਕਿਉਂ ਨਹੀਂ? ਅਸੀਂ ਬੈਠੇ ਹਾਂ, ਆਰਾਮਦਾਇਕ ਬੈਠੇ ਹਾਂ। ਤੁਸੀਂ ਦੇਖੋ, ਨਵੇਂ ਸਾਲ ਦਾ ਜਸ਼ਨ ਮਨਾਇਆ, ਗੜਬੜ ਹੋਈ ਕੋਈ? ਇੰਨਾ ਯੂਥ ਹੈ ਇੱਥੇ, ਨਾਲੇ ਕਹਿੰਦੇ ਵੀ ਇੱਕ ਆਪਾਂ ਨਾ ਥੋੜਾ ਜਿਹਾ ਫੰਕਸ਼ਨ ਕਰ ਲਈਏ, ਉਸ 'ਚ ਆਪਾਂ ਨੂੰ ਪ੍ਰਾਹੁਣੇ ਕਾਬੂ ਕਰਨੇ ਮੁਸ਼ਕਲ ਹੋ ਜਾਂਦੇ। ਇੱਥੇ ਤੁਸੀਂ ਲਾ ਲਓ, ਮੇਰੀ ਗੱਲ ਸੁਣੋ, ਦੋਨੋਂ ਬਾਰਡਰ ਨੂੰ ਮਿਲਾ ਕੇ 96-97 ਹਜ਼ਾਰ ਟਰੈਲੀ ਹੈ, ਤੇ ਕਾਰਾਂ ਗੱਡੀਆਂ ਅੱਡ ਨੇ। ਕਿੰਨੀ ਜਨਸੰਖਿਆ ਬੈਠੀ ਹੈ ਇੱਥੇ, ਕਾਬੂ ਕਰਨੀ ਕਿੰਨੀ ਸੌਖੀ ਹੈ? ਇਹ ਮਹਾਰਾਜ ਦੀ ਕਿਰਪਾ, ਸਾਰੀ ਬਾਬੇ ਨਾਨਕ ਦੀ। ਅਸੀਂ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋਏ ਆ, ਤੇ ਹੁਣ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਕਿਸਾਨੀ ਧਰਮ ਬਣ ਗਿਆ ਇਹ। ਬੀਜੇਪੀ ਕਾਂਗਰਸ ਕੋਈ ਵੀ ਅਦਰ ਪਾਰਟੀ ਹੈ, ਉਹਨਾਂ ਨੂੰ ਆਪਣੀ ਜ਼ਮੀਨ ਖਿਸਕਦੀ ਹੋਈ ਨਜ਼ਰ ਆ ਰਹੀ ਹੈ। ਤਾਂ ਹੀ ਉਹ ਹੁਣ ਮਿਲ ਕੇ ਬਿਆਨ ਇਹੋ ਜਿਹੇ ਕਰ ਰਹੇ ਨੇ ਵੀ ਅਸੀਂ ਜਾਈਏ ਪਿੱਛੇ, ਆਪਣੀ ਜ਼ਮੀਨ ਤਲਾਸ਼ ਰਹੇ ਨੇ 2022 ਦੀ 2024 ਦੀ। ਉਹਨਾਂ ਨੂੰ ਇੱਕ ਚੀਜ਼ ਦਾ ਪਤਾ ਲੱਗ ਗਿਆ ਕਿ ਹੁਣ ਕਿਸਾਨ ਜਾਗਰੂਕ ਹੋ ਚੁੱਕਿਆ, ਤੇ ਇੱਕ ਝੰਡੇ ਥੱਲੇ ਇਕੱਠੇ ਹੋ ਗਏ। 561 ਜਥੇਬੰਦੀਆਂ ਇਕੱਠੀ ਹੋ ਗਈਆਂ। ਜੇ ਹੁਣ ਗੱਲ ਸੁਣੋ, ਜੇ ਅਸੀਂ ਕੱਲ੍ਹ ਨੂੰ ਕਿਸੇ ਨੂੰ ਵੀ ਸਪੋਰਟ ਕਰਾਂਗੇ, ਕਿਸੇ ਵਧੀਆ ਬੰਦੇ ਨੂੰ ਸਪੋਰਟ ਕਰਾਂਗੇ, ਅਸੀਂ ਰਾਜਨੀਤੀ ਪਾਰਟੀਆਂ ਤੋਂ ਦੂਰ ਹਾਂ। ਪਰ ਦੇਖੋ, ਮੇਰੇ ਆਪਣੇ ਨਿੱਜੀ ਵਿਚਾਰ ਨੇ ਕਿ ਹੁਣ ਸਾਨੂੰ ਸਾਡਾ ਯੂਥ ਹੈ ਨਾ, ਜੋ ਉਹਨੂੰ ਸੋਚ ਸਮਝ ਕੇ ਰਾਜਨੀਤੀ ਨੂੰ ਉਤਰਨਾ ਪੈਣਾ, ਕਿਉਂਕਿ ਚਿੱਕੜ ਕੱਢਣ ਵਾਸਤੇ ਟੋਬੇ 'ਚ ਵੜਨਾ ਪੈਂਦਾ। ਸਫਾਈ ਜ਼ਰੂਰੀ ਹੈ। ਹੁਣ ਦੇਖੋ, ਜੇ ਸਫਾਈ ਕਰਨੀ ਹੈ, ਜੇ ਕੱਪੜੇ ਖਰਾਬ ਦੀ ਸੋਚਾਂਗੇ, ਫਿਰ ਸਫਾਈ ਨਹੀਂ ਹੋਣੀ। ਇਹ ਕੱਢ ਕੇ ਅਸੀਂ ਸਾਨੂੰ ਆਪਣੀ ਇੱਕ ਅਜਿਹੀ ਟੀਮ ਬਣਾਉਣੀ ਪਊਗੀ, ਜਿਹੜੀ ਸਾਡੀ ਵਿਧਾਨ ਸਭਾ, ਸਟੇਟਾਂ 'ਚ ਤੇ ਲੋਕ ਸਭਾ 'ਚ ਤੇ ਰਾਜ ਸਭਾ 'ਚ ਸਾਡੀ ਆਵਾਜ਼ ਚੁੱਕ ਸਕੇ। ਤਾਂ ਹੀ ਸਾਡਾ ਕਿਤੇ ਭਲਾ ਹੋਊਗਾ। ਦੇਖੋ, ਜੇ ਸਾਨੂੰ ਪਤਾ ਨਹੀਂ ਲੱਗਦਾ, ਕਾਨੂੰਨ ਬਣ ਜਾਂਦੇ ਉੱਥੇ ਬੈਠੇ, ਸਾਨੂੰ ਪਤਾ ਕਦੋਂ ਲੱਗਦਾ? ਜਦੋਂ ਲਾਗੂ ਹੋ ਜਾਂਦੇ ਆ। ਜੇ ਇਸ ਦਾ ਵਿਰੋਧ ਪਹਿਲਾਂ ਹੀ ਹੋ ਜੇ, ਫਿਰ ਤਾਂ ਬਣਨੇ ਨਹੀਂ ਸੀ ਇਹ ਗੱਲਾਂ ਨੇ। ਮੈਂ ਚਾਹੁੰਦੀ ਕਿ ਮੈਂ ਜਿਹਦੇ ਅੱਗੇ ਮਾਈਕ ਕਰੂੰਗੀ ਨਾ, ਹਰ ਕੋਈ ਬੋਲਣ ਦਾ ਚਾਹਵਾਨ ਹੈ। ਬਾਪੂ ਜੀ ਕੁਝ ਵਿਚਾਰ ਰੱਖਣਾ ਚਾਹੁੰਦੇ ਆ? ਮੈਂ ਤਾਂ ਵਿਚਾਰ ਇੱਕ ਅੱਧਾ ਹੀ ਰੱਖਣਾ ਜੀ, ਬਸ ਸਿਰਫ। ਪਹਿਲੀ ਗੱਲ ਤਾਂ ਤੁਹਾਡੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਸਾਰੀ ਦੁਨੀਆ ਤੱਕ ਤੁਸੀਂ ਸਾਡੀ ਜਿਹੜੀ ਕਿਸਾਨਾਂ ਦੀ ਗੱਲ ਪਹੁੰਚਾ ਰਹੇ ਆ। ਤੇ ਮੈਨੂੰ ਲੱਗਦਾ ਵੀ ਸਾਡੇ ਜਿਹੜੇ ਇਹ ਤਾਂ 2 ਕਾਨੂੰਨ ਜਿਹੜੇ ਸਾਡੇ ਇਹਨਾਂ ਨੇ ਪਾਸ ਕੀਤੇ ਆ, 2 ਕੀਤੇ, 3 ਕੀਤੇ ਆ, ਤੇ ਉਹ ਤਾਂ ਸਾਡੇ ਪਹਿਲਾਂ ਹੀ, ਅਸੀਂ ਉਹ ਸਾਡੀ ਮਰਜ਼ੀ ਅੰਦਰ ਹੀ ਹੈ।
ਤੇ ਸਾਨੂੰ ਤਾਂ 3 ਕਾਨੂੰਨ ਜਿਹੜੇ ਕਾਲੇ ਕਾਨੂੰਨ ਆ ਉਹ ਵਾਪਸ ਮੋਦੀ ਨੇ ਲੈਣੇ ਚਾਹੀਦੇ ਆ, ਹਰ ਹਾਲਤ ਲੈਣੇ ਚਾਹੀਦੇ। ਇੱਥੋਂ ਦੇ ਹਾਲਾਤ ਉਹ ਆਪ ਕਾ ਕੇ ਦੇਖੇ ਤਾਂ ਮੇਰਾ ਖਿਆਲ ਸ਼ਾਇਦ ਮੈਨੂੰ ਲੱਗਦਾ ਵੀ ਆਪ ਹੀ ਆਤਮ ਹੱਤਿਆ ਕਰ ਲੂਗਾ। ਹਾਂਜੀ ਕੀ ਕਹਿਣਾ ਚਾਹੁੰਦੇ ਆ? ਇਹ ਕੁਝ ਨੌਜਵਾਨ ਕਹਿਣਾ ਚਾਹੁੰਦਾ है। जी आपने बोला ना कि 2 डिमांड मांग रहे, वो डिमांड नहीं, वो माइनर डिमांड थी। मांग है रिपील किया जाए, कानून को रद्द किया जाए, खारिज किया जाए और एमएसपी के लिखित में कानून बनाया जाए। 500 साल पहले कबीर दास जी ने कहा था कि धीरे धीरे रे मना, धीरे सब कुछ होए, माली सींचे 100 घड़ा पीतू आए फल होए। धीरे धीरे मान रहे हैं, लाइन पे आ जाएंगे, थोड़ा टाइम लगेगा। और दूसरी बात 1 महीने से ऊपर हो गया बैठे हो, 40 किसान शहीदी दे चुके हैं, हम हटने वाले नहीं है। किसी ने कहा है कि जब हार हो जाती है जब मान लिया जाता है, और जीत होती है जब ठान लिया जाता है। ठान क्या है, हम हटने वाले नहीं है, मर जाएंगे मिट जाए कुछ नहीं है। कहाँ से आए हो आप? हरियाणा से आया हूँ, किसान का बेटा हूँ, सोनीपत से। आप कुछ भी पूछो किसी भी मुद्दे पे, किसी भी पे, ਪੰਜਾਬੀ ਸਮਝ ਲਓਗੇ? हाँ समझ लूंगा ही जवाब हिंदी में। ਅੱਛਾ ਮੇਰੀ ਗੱਲ ਸੁਣੋ, ਜਦੋਂ ਤੁਸੀਂ ਹਰਿਆਣਾ ਦੇ ਖੱਟੜ ਨੇ, ਜਦੋਂ ਸਾਡੇ ਪੰਜਾਬੀ ਸਾਰੇ ਉਧਰੋਂ ਆ ਰਹੇ ਸੀ ਹਨਾ, ਸਾਰੇ ਜੋ ਤੁਰੇ ਹੋਏ ਸੀਗੇ ਤੇ ਉਦੋਂ ਸਰਕਾਰ ਨੇ ਰੋਕਿਆ ਸੀ। ਤੁਹਾਡਾ ਦਿਲ ਕੀ ਕਹਿੰਦਾ ਸੀ ਉਦੋਂ ਕਿ ਸਾਡੇ ਮੁੱਖ ਮੰਤਰੀ ਇਹਨਾਂ ਨੂੰ ਰੋਕ ਰਹੇ ਨੇ? गलत किया ना, डेमोक्रेटिक राइट हमारा प्रोटेस्ट करने का। और ऊपर से 70% देश की पॉपुलेशन डायरेक्टली इनडायरेक्टली एग्रीकल्चर पे डिपेंड है। अगर हमारी रोजी रोटी नहीं रहेगी, हमारी बिल्डरों के आते तो क्या करेंगे? मतलब तो किसान को आंदोलन करने देना चाहिए आराम से, नहीं तोड़ेंगे तो तोड़ के आए। जब बैरिकेडिंग की गई थी तो आपके मन में क्या आ रहा था कि आपके मुख्यमंत्री ने ऐसा किया है कि बैरिकेडिंग कर दी, 15-15 फीट के टोए जो है वो उथों पुट दिते गए ਸੀਗੇ, ਉਹ ਸਾਰਾ कुछ ਤੁਸੀਂ मंजर देखा, उदों दिल 'ਚ ਕੀ ख्याल आ रहा ਸੀਗਾ? दिल का क्या है जी, बात वही है, तानाशाही सरकार है ना, ऊपर से नीचे तक सब एक जैसे हैं। लोगों की सुननी तो है नहीं। लोकतंत्र क्या है? अब्राहम लिंकन ने बोला था डेमोक्रेसी इज द गवर्नमेंट ऑफ द पीपल बाय द पीपल फॉर द पीपल। अब किसकी हो रही है? गवर्नमेंट ऑफ द कैपिटलिस्ट बाय द कैपिटलिस्ट फॉर द कैपिटलिस्ट। उन्हीं के लिए बन रहे सरकारें, जो कुछ है ना बड़े बड़े घराने, कॉर्पोरेट घराने, उन्हीं की सरकारें बनी है, वही फंडिंग करते हैं, उन्हीं की सरकार, उन्हीं की पॉलिसियां बनती है। हमारा क्या हो रहा है, समझ रहे ना? ऊपर से डिवाइड एंड रूल की बात है, कभी खालिस्तानी आतंकवादी हैं। ग्रीन रेवोल्यूशन से पहले, मतलब 60 के डिकेड से पहले हमारे देश में सेल्फ रिलायंट नहीं था, मतलब फूड सिक्योरिटी में मतलब इंडिपेंडेंट नहीं था। इंडिया इंपोर्ट करता था यूएसए से चावल और गेहूं। 1965 में लाल बहादुर शास्त्री ने जय जवान जय किसान का नारा दिया। उसके बाद जो बफर स्टॉक के नॉर्म है ना, वो जो 40 मिलियन टन गया, जो 78 मिलियन टन हो गया। किसकी वजह से? इन आतंकवादियों की वजह से। हमें देश का पेट भरा है, मतलब जितना हमारे पास अनाज होना चाहिए उससे दुगुना हो चुका है इन खालिस्तानी पाकिस्तानियों की वजह से। कभी एस ऑयल का मुद्दा उठाते हैं, हमारी जमीनें नहीं रहेंगे तो पानी का क्या करेंगे? और ऊपर से 66 में हरियाणा बना था, 77 में डिसीजन आ गया था कि 214 किलोमीटर के एस ऑयल कैनाल बना लो। 1980 में हरियाणा अपनी तरफ से 91 किलोमीटर बना ली थी। 2004 से 2098 से 4 तक अटल जी की सरकारी 14 से अब इसकी है। मतलब अकाली इनके साथ रहा है, सेंटर में उनकी सरकार रही है। बीजेपी सरकार हरियाणा में 6 साल से, कौन रोक रहा है? सरकार को वोट दे किस लिए बनाते हैं? काम करने के लिए। सिंचाई भी उसमें डेवलपमेंट में आता होगा तो बना लेते। ये डिवाइड एंड रूल वाली बात कर रहे हैं ना, जैसे अंग्रेजों ने डिवाइड एंड रूल किया था ना, आज ये भी डिवाइड एंड रूल कर रहे हैं, या डाइवर्ट एंड रूल आप कह सकते हैं। जैसे कि एक राणा जी ने बोला था, एक बात कहना चाहूंगा मैं, कि बांट दिया इस धरती को, क्या चांद सितारों का होगा? नदियों के कुछ नाम लिखे बहती धारों का क्या होगा? शिव की गंगा भी पानी है, आबे जमजम भी पानी है, मुल्ला भी पिए पंडित भी पिए, पानी का मतलब क्या होगा? उन फिर का प्रस्ताव से पूछो, क्या सूरज अलग बनाओगे? एक ही हवा में सांसद सबकी क्या हवा भी नहीं बनाओगे? नस्लों का जो करे बंटवारा, रहबर काम का डोंगी है। क्या खुदा ने मंदिर तोड़ा था या राम ने मस्जिद तोड़ी है? तो डिवाइड एंड रूल कर रहे हैं जी, काम तो करना नहीं है, रंगे बिल्ले हैं सब। और रमेश बुदड़ी बोल रहा है कि 500 रुपए में बढ़ुए लाए हुए हैं, तो बढ़ुआ तो है हमारी खाता, हमें बढ़ुआ बोल रहा है। हमने देश को पढ़ा है। दूसरी बात क्या है कि ये हमारे एमएसपी पे कानून बना के दीजिए, लीगल कानून हो। देश की 70% अगर पॉपुलेशन पे पार्ट 3 ऑफ कॉन्स्टिट्यूशन हमारे देश का 12 से 70 तक फंडामेंटल राइट है, उसका अगर कोई हनन करता है तो हम सुप्रीम कोर्ट में जा सकते, डायरेक्ट सेशन कोर्ट वगैरह, हाई कोर्ट को छोड़ के। तो क्यों नहीं इसको फंडामेंटल राइट बनाया जाए? क्योंकि 70 लोगों को नौकरी मिल रही है ना, 100 में से अगर 70 को नौकरी मिले, क्या दिक्कत है? बना दो। और मिनिमम तो मांग रहे हैं, तो हमें मिनिमम एक एमएसपी का कानून बना के हमें कागज पे लिख के हमें दे दिया जाए, अपने पास रख देंगे। क्योंकि सरकार अक्सर कागज खो देगी है, जैसे रफाल के खो दिए थे, समझ रहे ना? हम अपने पास कानून रख देंगे। मोदी दाना खिला रहे थे, उसको मोरों के दाना खिलाते, उसको क्या होगा? स्विस बैंक अकाउंट में जिसके नाम थे, पनामा पेपर में किसके नाम थे, पैराडाइज पेपर में किसके नाम थे, वो कौन से मोर हैं जो देश का दाना खाएंगे? उनको बताओ ना, वो कागज हमें दिखाओ। में भागने वाले सभी ऑक्सफैम की रिपोर्ट आती है 1991 में, लिबरलाइजेशन प्राइवेटाइजेशन ग्लोबलाइजेशन के थ्रू, एलपीजी के थ्रू, मतलब इकोनॉमी को खोला था। मतलब कि मार्केट भी डिपेंड होगी, स्टेट इंटरवेंशन होता है।
सोशलिज्म में जो भगत सिंह में होता है समाजवाद, उसमें स्टेट का इंटरवेंशन होगा, गरीब आदमी को उठाने के लिए स्टेट हेल्प करता है। लेकिन अब आज क्या है कि मार्केट पे डिपेंड किया था, उसका नतीजा है 1991 के कारण कि आज जो ऑक्सफैम की रिपोर्ट आती है 1% लोगों के पास देश का 60% धन है, 10% लोगों के पास देश का 90% धन है। तो ये इनइक्वालिटी इतनी ज्यादा हो किसके कारण हुई है? उस मार्केट पे डिपेंड के कारण हुई है ना। तो ऐसा ये बोल रहे हैं कि एग्रीकल्चर खोल देंगे, तो उनका भला नहीं हुआ, हमारा कैसे हो जाएगा? और दूसरी बात, मार्केट पे डिपेंड यूएसए की है, उसकी यूरोप की इकोनॉमी है, जो एग्रीकल्चर इकोनॉमी है मार्केट पे डिपेंड है, 7-8 डिकेड से खोल रखी है उन्होंने। वहां पे सालाना एक किसान को 45 लाख रुपए सब्सिडी मिलती है, हमारे यहाँ पे 20,000। अगर वहाँ 45 लाख रुपए लेके भी वो सस्टेन नहीं कर पा रहा तो हम कैसे सस्टेन कर पाएंगे? और वहाँ भी सुसाइड हर साल होती है, वहाँ पे तब भी सुसाइड हो रहे हैं। वहाँ पे वहाँ के एक किसान के पास एवरेज 200 एकड़ जमीन है, हमारे कितने मार्जिनल समाल पर फार्मर है 85%, उनके पास 2 एकड़ से कम है, मतलब 5 किलो से कम जमीन है। क्या फायदा है? क्या कर लेंगे? नेशनल क्राइम रिकॉर्ड ब्यूरो की रिपोर्ट आती है जो 2015 के बाद तो छिपी नहीं है, क्योंकि कागज नहीं दिखाते ना, ये 2015 के बाद छुपा के रखी है। वो बोलते कि एनुअली इंडिया में 13,000 किसान सुसाइड करते हैं। 1995 से 2015 तक 3 लाख किसानों ने सुसाइड की है। ये पॉलिसी किसके लिए बन रही है? तो पॉलिसी तो उनके लिए जो फंडिंग करेगा। हमारे पास पेट में ਨੌਲੇਜ ਬਹੁਤ ਹੈ ਤੁਹਾਨੂੰ, ਕੀ ਕੰਮ ਕਰਦੇ ਤੁਸੀਂ? पढ़ते हैं जी, देश दुनिया पीएचडी करता हूँ। ਹਾਂ ਬਿਲਕੁਲ ਜੀ, ਆਜੋ ਜਿੱਦ ਤੁਸੀਂ। ਮੈਂ ਤੁਹਾਨੂੰ ਫੇਰ ਸੁਖਚੈਨ ਜੀ ਪੁੱਛਣਾ ਚਾਹਾਂਗੀ ਕਿ ਜਦੋਂ ਕਾਰਗਿਲ ਦਾ ਯੁੱਧ ਹੋ ਰਿਹਾ ਸੀ, ਲੜਾਈ ਹੋ ਰਹੀ ਸੀ, ਉਦੋਂ ਵੀ ਤੁਹਾਡਾ ਦਿਲ ਇਹੀ ਕਰਦਾ ਚਲ ਠੀਕ ਹੈ ਕਿਉਂਕਿ ਅਸੀਂ ਦੇਸ਼ ਲਈ ਲੜ ਰਹੇ ਹਾਂ, ਚਾਹੇ ਜਾਨ ਵੀ ਕੁਰਬਾਨ ਹੋ ਜੇ ਕੋਈ ਗੱਲ ਨਹੀਂ। ਅੱਜ ਇੱਥੇ ਖੜੇ ਹੋ ਤੇ ਇਹੀ ਜਜ਼ਬਾ ਹੈ? ਸਾਡਾ ਤਾਂ ਇੱਕੋ ਨਾਰਾ ਜੀ, ਜੈ ਜਵਾਨ ਜੈ ਕਿਸਾਨ, ਜੈ ਜਵਾਨ ਜੈ ਕਿਸਾਨ। ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਜੀ, ਇਹ ਸਨ ਕਾਰਗਿਲ ਦੇ ਯੋਧੇ ਜਿਨ੍ਹਾਂ ਦੇ ਨਾਲ ਗੱਲ ਕੀਤੀ ਹੈ। ਇਹ ਵੀ ਫੌਜੀ, ਉਹ ਵੀ ਫੌਜੀ। ਅੱਜ ਫੌਜੀਆਂ ਦੇ ਵਿਚਕਾਰ ਖੜਿਆ ਮਾਣ ਬੜਾ ਜਿਹੜਾ ਸਾਡਾ ਸੀਸ ਹੈ ਹੋਰ ਜਿਹੜਾ ਸਿਰ ਉੱਚਾ ਹੋ ਜਾਂਦਾ ਹੈ, ਕਿਉਂਕਿ ਅੱਜ ਇਹ ਉਹੀ ਨੇ ਜਿੱਥੇ ਜੈ ਜਵਾਨ ਜੈ ਕਿਸਾਨ ਦਾ ਜਿਹੜਾ ਹੁਣ ਵੀ ਨਾਰਾ ਲੱਗਾ, ਇਹੀ ਨਾਰਾ ਅਸੀਂ ਸ਼ੁਰੂ ਤੋਂ ਲਗਾਉਂਦੇ ਆ ਰਹੇ ਹਾਂ। ਅੱਜ ਕਿਸਾਨ ਵੀ ਹੈ ਇਸੇ ਬਾਰਡਰਾਂ ਦੇ ਉੱਪਰ ਤੇ ਜਵਾਨ ਵੀ ਬੈਠਾ ਹੋਇਆ ਹੈ। ਇਸੇ ਉਮੀਦ ਵਿੱਚ ਲਗਾਤਾਰ ਇਹੀ ਕਹਿੰਦੇ ਆ ਕਿ ਅਸੀਂ ਆਪਣੀ ਫਤਿਹ ਨੂੰ ਲੈ ਕੇ ਜ਼ਰੂਰ ਜਾਵਾਂਗੇ, ਕਿਉਂਕਿ ਇਹਨਾਂ ਦੇ ਅੰਦਰ, ਜੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਜੇ ਕਿਸੇ ਦੇ ਕੋਲ ਮੈਂ ਮਾਈਕ ਲੈ ਕੇ ਜਾਵਾਂ ਨਾ ਤਾਂ ਸਾਰੇ ਆਪੋ ਆਪਣੇ ਵਿਚਾਰ ਰੱਖਣਗੇ, ਆਪਣੇ ਅੰਦਰ ਇਹਨਾਂ ਦਾ ਜੋਸ਼ ਹੈ, ਉਹ ਜੋਸ਼ ਵੀ ਦੇਖਣਾ ਬਣਦਾ ਹੈ। ਪਰ ਜ਼ਰੂਰ ਹੈ ਮੋਦੀ ਸਰਕਾਰ ਝੁਕੇਗੀ ਤੇ ਅਸੀਂ ਉਨੀ ਦੇਰ ਤੱਕ ਇਹਨਾਂ ਤੋਂ ਸਰਹੱਦਾਂ ਤੋਂ ਹਟਣ ਵਾਲੇ ਨਹੀਂ ਆ। ਸਹਿਯੋਗੀ ਸਾਥੀ ਕਮਲ ਦੇ ਨਾਲ ਮਨਦੀਪ ਕੌਰ ਸੰਧੂ, ਸਿੰਘੂ ਬਾਰਡਰ ਤੋਂ।